ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਡੇਰਿਆਂ ਦਾ ਸੱਚ। ਖਾਸ ਮਹਿਮਾਨ ਜਿਹੜੇ ਸਾਡੇ ਨਾਲ ਸ਼ਾਮਲ ਹੋਣਗੇ, ਇੱਕ ਡਿਬੇਟ ਹੋਵੇਗੀ ਤੁਹਾਡੇ ਲਈ ਸਾਂਝਾ ਟੀਵੀ ਤੇ। ਸਾਹਮਣੇ ਕਦੇ ਆਈਆਂ ਜੀ, ਕਦੇ ਟੀਵੀ ਤੇ ਇਹ ਕਹਿੰਦੇ ਉਹਨਾਂ ਨੂੰ ਨੰਗਾ ਕੇ ਦੱਸੋ ਜੀ, ਟੀਵੀ ਤੇ ਕਦੇ ਉਹ ਆਈਆਂ, ਕਦੇ ਕਿਸੇ ਨੇ ਉਹਨਾਂ ਦਾ ਫੇਸ ਦੇਖਿਆ? ਜਿੱਥੇ ਕਿਵੇਂ ਹੋ ਰਹੇ ਨੇ ਧੀਆਂ ਦੇ ਬਲਾਤਕਾਰ ਅਤੇ ਕਤਲ ਤੇ ਉਸ ਦੇ ਨਾਲ ਜ਼ਮੀਨਾਂ ਹੜੱਪਣ ਦਾ ਇੱਕ ਵੱਡਾ ਸਕੈਂਡਲ। ਕੋਈ ਪ੍ਰਬੰਧਕ ਇਦਾਂ ਦਾ ਨਹੀਂ ਹੈਗਾ ਕਿ ਜਿਹੜਾ ਕਿ ਕਾਸਟ੍ਰੇਸ਼ਨ ਨਾ ਹੋਇਆ ਹੋਵੇ। ਤੁਹਾਡੇ ਬਾਬਾ ਜੀ 10ਵੀਂ ਫੇਲ ਸੀ, ਇਹਦਾ ਹਾਂ ਜਾਂ ਨਾ ਚ ਤੁਸੀਂ जवाब दो। 10वीं फेल नहीं, 10वीं पास है जी। मोही जी, मुझे दर्द है कि आप जानते हैं कि 250 आदमियों को अपाहिज किया गया। भैन कह रही है कि उस टाइम वसीयत की थी, वसीयत एक नहीं दो होइयां ने। पहली वसीयत सतनाम दी अपनी जायदाद भी दे दी गई सी कि पूरा 1 साल रहे। मोहित जी, भैन जी, अपने दिल ते हथ रख के दसो कि सतनाम द्वारा गुरमीत राम रहीम दे प्रति कोई वीडियो देखी आ तुसी जेड़ी के विचे ब्रेक ना लाई होवे? जदों एक बंदा भेजिया सी गुरमीत राम रहीम बारे पता करन वास्ते कि किन्ना पढ़िया, उस बंदे दा कत्ल हो गया सी। ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੇ ਤੁਹਾਡਾ ਸਾਥ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੁੰਦਾ ਹੈ ਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਮੰਗਲਵਾਰ ਤੇ ਸ਼ੁੱਕਰਵਾਰ ਖਾਸ ਤੌਰ ਤੇ ਸਾਡੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਸ਼ਾਮਲ ਹੁੰਦੇ ਆ। ਸੋ ਮੰਗਲਵਾਰ ਅਸੀਂ ਇੱਕ ਖਾਸ ਡਿਬੇਟ ਤੁਹਾਡੇ ਲਈ ਲੈ ਕੇ ਆਏ ਸੀ ਜਿਸ ਦੇ ਵਿੱਚ ਬਹੁਤ ਅਹਿਮ ਖੁਲਾਸੇ ਕੀਤੇ ਸੀ ਔਰ ਉਸੇ ਹੀ ਗੱਲਬਾਤ ਨੂੰ ਅਸੀਂ ਅੱਜ ਫਿਰ ਤੁਹਾਡੇ ਲਈ ਲੈ ਕੇ ਆਏ ਹਾਂ ਕਿਉਂਕਿ ਉਸ ਦਿਨ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਪੂਰੀਆਂ ਨਹੀਂ ਸੀ ਹੋ ਸਕੀਆਂ। ਸੋ ਅੱਜ ਫਿਰ ਅਸੀਂ ਡਿਬੇਟ ਨੂੰ ਤੁਹਾਡੇ ਤੱਕ ਲਾਈਵ ਲੈ ਕੇ ਆਵਾਂਗੇ ਤੇ ਇੱਕ ਗੱਲ ਮੈਂ ਫਿਰ ਤੋਂ ਕਹਿਣਾ ਚਾਹੁੰਦੀ ਹਾਂ, ਮਾਫੀ ਚਾਹੁੰਦੇ ਹਾਂ ਕਿ ਅੱਜ ਵੀ ਅਸੀਂ ਤੁਹਾਡੀਆਂ ਲਾਈਵ ਕਾਲਸ ਨਹੀਂ ਲੈ ਸਕਾਂਗੇ ਕਿਉਂਕਿ ਮਹਿਮਾਨ ਜਿਹੜੇ ਸਾਡੇ ਨਾਲ ਆ ਉਹਨਾਂ ਦੀ ਗੱਲਬਾਤ ਸੁਣਨੀ, ਡੇਰੇ ਦਾ ਸੱਚ ਸੁਣਨਾ ਤੇ ਅਹਿਮ ਖੁਲਾਸੇ ਸੁਣਨੇ ਸਾਡੇ ਲਈ ਜ਼ਿਆਦਾ ਜ਼ਰੂਰੀ ਆ। ਤੁਹਾਡੇ ਨਾਲ ਅਸੀਂ ਆਉਣ ਵਾਲੇ ਹਫਤੇ 'ਚ ਮੰਗਲਵਾਰ ਲਾਈਨਸ ਖੋਲਾਂਗੇ। ਕਿਵੇਂ ਲੱਗੀ ਸਾਰੀ ਤੁਹਾਨੂੰ ਸਾਡੀ ਇਹ ਗੱਲਬਾਤ ਤੇ ਤੁਸੀਂ ਉਦੋਂ ਆਪਣੇ ਸੁਝਾਅ ਤੇ ਆਪਣੇ ਵਿਚਾਰ ਸਾਨੂੰ ਦੱਸ ਸਕਦੇ ਹੋ। ਸੋ ਸਭ ਤੋਂ ਪਹਿਲਾਂ ਅਸੀਂ ਜੀ ਆਇਆਂ ਕਰਦੇ ਹਾਂ ਕੁਲਦੀਪ ਸਿੰਘ ਹੋਣਾ ਨੂੰ ਤੇ ਉਸ ਤੋਂ ਬਾਅਦ ਹੀ ਅਸੀਂ ਅੱਜ ਦੀ ਡਿਬੇਟ ਸ਼ੁਰੂ ਕਰਾਂਗੇ। ਸੋ ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ ਤੁਹਾਨੂੰ ਸਾਂਝਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਮੂਹ ਦਰਸ਼ਕਾਂ ਨੂੰ। ਪਿਛਲੀ ਡਿਬੇਟ ਦੇ ਵਿੱਚ ਆਪਣੀਆਂ ਬੜੀਆਂ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ ਨੇ ਕਿ ਕਿਵੇਂ ਜਿਹੜੀਆਂ ਲੜਕੀਆਂ ਸੀ, 2 ਗੁੰਮਨਾਮ ਚਿੱਠੀ ਆਈ ਸੀ, ਉਹਨਾਂ ਦੇ ਸਬੰਧ ਦੇ ਵਿੱਚ ਰੇਪ ਦਾ ਜਿਹੜਾ ਕੇਸ ਗੁਰਮੀਤ ਰਾਮ ਰਹੀਮ ਦੇ ਉੱਤੇ ਦਰਜ ਹੋਇਆ ਜਿਹਦੇ ਕਰਕੇ ਸਜ਼ਾ ਭੁਗਤ ਰਿਹਾ। ਦੂਸਰਾ ਕੇਸ ਹੈ ਰਾਮਚੰਦਰ ਛਤਰਪਤੀ ਦਾ। ਇਸ ਤੋਂ ਬਾਅਦ ਗੱਲਬਾਤ ਚੱਲੇਗੀ ਕਿ ਫਕੀਰ ਚੰਦ ਦਾ ਕਤਲ ਤੇ ਉਹਦੇ ਨਾਲ ਨਾਲ ਜਿਹੜੀ ਉਹਨਾਂ ਦੀ ਬਣੀ ਹੋਈ ਮੂੰਹ ਬੋਲੀ ਧੀ ਔਰ ਹਨੀਪ੍ਰੀਤ ਜਿਹਦੇ ਬਾਰੇ ਉਹਨਾਂ ਦੇ ਹਸਬੈਂਡ ਕਹਿ ਰਹੇ ਨਹੀਂ ਧੀ ਨਹੀਂ ਬਲਕਿ ਉਹਨਾਂ ਦੀ ਵਾਈਫ ਹੈ ਜੀ, ਉਹਦੇ ਬਾਬਤ ਖੁੱਲ ਕੇ ਹੋਣਗੇ ਖੁਲਾਸੇ ਤੇ ਸ਼ਾਮਲ ਹੋਣਗੇ ਸਾਡੇ ਨਾਲ ਮਹਿਮਾਨ ਤੇ ਗੱਲਬਾਤ। ਆਪਾਂ ਡਿਬੇਟ ਨੂੰ ਸ਼ੁਰੂ ਕਰਦੇ ਹਾਂ ਜੀ। ਥੈਂਕ ਯੂ ਜੀ। ਬਿਲਕੁਲ ਜੀ, ਅਸੀਂ ਆਪਣੇ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਅੱਜ ਦੀ ਅਸੀਂ ਡਿਬੇਟ ਤੁਹਾਡੇ ਨਾਲ ਸ਼ੁਰੂ ਕਰਦੇ ਹਾਂ ਜੀ। ਕੀ ਵਾਕਈ ਹੀ ਗੱਦੀ ਦੇਣ ਲੱਗਿਆ ਕਿਸੇ ਖਾੜਕੂ ਦਾ ਜ਼ਿਕਰ ਆਉਂਦਾ ਸੀ? ਕੀ ਉਸ ਖਾੜਕੂ ਦੇ ਪ੍ਰੈਸ਼ਰ ਕਰਕੇ ਧੱਕੇ ਨਾਲ ਗੱਦੀ ਲਈ ਗਈ? ਕਿਉਂਕਿ ਗੁਰਦਾਸ ਸਿੰਘ ਤੂਰ ਉਸ ਵਕਤ ਉੱਥੇ ਸ਼ਾਮਲ ਸਨ। ਇਹਨਾਂ ਦੇ ਪਿਤਾ ਜੀ ਡੇਰੇ ਦੇ ਘਰ ਨਜ਼ਦੀਕ ਹੋਣ ਕਰਕੇ ਬੜੇ ਲੰਮੇ ਸਮੇਂ ਤੋਂ ਜਾ ਰਹੇ ਸਨ। ਮਾਫ ਕਰਨਾ, ਤੁਹਾਡੇ ਦੋਨਾਂ ਦੇ ਵਿੱਚੋਂ ਕੋਈ ਸ਼ਾਮਲ ਸੀ ਉਸ ਵੇਲੇ? ਕਿ ਵਾਕਈ ਹੀ ਗੱਦੀ ਇਸ ਤਰ੍ਹਾਂ ਹੀ ਦਿੱਤੀ ਗਈ? ਕੋਈ ਵੀਡੀਓ ਨਹੀਂ ਬਣੀ? ਬਾਬਾ ਸ਼ਾਹ ਸਤਨਾਮ ਜੀ ਅੰਦਰ ਗਏ ਨੇ ਤੇ ਉਸ ਤੋਂ ਬਾਅਦ ਚਿੱਠੀ ਆਉਂਦੀ ਹੈ ਤੇ ਇਹਨਾਂ ਨੂੰ ਗੱਦੀ ਦਿੱਤੀ ਜਾਂਦੀ ਹੈ। ਮੇਰੀ ਗੱਲ ਸੁਣੋ ਵੀਰ ਜੀ, ਖੁਦ ਮੁਖਤਿਆਰਨਾਮਾ ਤਿਆਰ ਕਰਵਾਇਆ ਜੀ ਪੂਰਾ, मतलब के प्रॉपर देखो जी हजारा लाल सी गुरु जी ने तो स्टेज पे बैठ के उन्होंने किया जी सारा जेड़ा खुद तैयार। ਗੱਲ ਸੁਣੋ ਜੀ। ਮੇਰਾ ਸਵਾਲ ਹੈ ਤੁਹਾਡੇ ਦੋਨਾਂ ਦੇ ਵਿੱਚੋਂ ਕੋਈ ਉਸ ਵੇਲੇ ਉੱਥੇ ਸ਼ਾਮਲ ਸੀ? ਤੁਸੀਂ ਸ਼ਾਮਲ ਸੀ? नहीं मैं तो नाम ही पहचानने में गया थी, मैं तो नाम ही डॉक्टर मोहित जी जी एक्चुअली क्या है कि ऑन रिकॉर्ड हमने कोई वीडियो देखा नहीं है और मैं तो उस टाइम मेरा जन्म ही 88 बॉर्न है तो मैं हाँ, लेकिन मैं एक चीज जो गुरदास तूर साहब कह रहे हैं कि शाह सतनाम सिंह महाराज को दबाव में गद्दी देनी पड़ी,
तो एक्चुअली डेरे से एक ना कैसेट टेलीकास्ट होती थी, उस कैसेट का नंबर है 6 नंबर कैसेट। हाँ जी। तो एक कैसेट टेलीकास्ट एक शासतनाम सिंह महाराज के टाइम पे ही हो रही है। 1987 में वो कैसेट रिकॉर्ड हुआ है। उस कैसेट का ऑडियो मैंने अपने यूट्यूब पे पब्लिश किया हुआ है उस कैसेट का। उस कैसेट में वो ये बात बोल रहे हैं भी जो उनसे पहले वाले गुरुजी थे, उन्होंने जब उनको गुरगद्दी पे बिठाया उसके बाद उनके ऊपर आसपास के गांव के पटवारी के साथ मिलके 17-18 मुकदमे डाले गए कि उनको गद्दी से उतार दिया जाए। 27 वो खुद क्लेम कर रहे हैं भी 27 साल हो गए और हमें समझाते संगत को। लेकिन क्या है कि हमारे ये बंदे समझ नहीं रहे हैं कि शासक राम सिंह महाराज को उन्होंने बताया, वो खुद 27 साल ऐसे मुकदमे लड़ते रहे जिनमें वो कोई दोषी नहीं थे, लेकिन उन्होंने वो कोर्ट केस जीते। ये उन्हीं का ऑडियो है, उन्हीं का स्टेटमेंट है। इट मींस उस टाइम की जो ये लोग कह रहे हैं भी दबाव में 27 साल, अब 1967 बॉर्न है गुरुजी तो, और 23 साल की उम्र में वो गद्दी पे आए, तो उनकी तरफ से तो मुकदमे नहीं डाले गए, 1960 में मुकदमे डल गए। अब जब शासक राम सिंह महाराज खुद अपने सिस्टम को क्वेश्चन कर रहे हैं कि हमारे सिस्टम ने लोगों के साथ मिलके 27 साल हमारे ऊपर मुकदमे चलाए, तो उस जो सिस्टम ऑलरेडी प्रीवियस डेरा चीफ को ही परेशान कर रहा था, और जो हमारी जानकारी में आता है भी जो गुरुजी जब गद्दी पे आए तो उन्होंने शासक राम सिंह महाराज से ये कह दिया था भी डीके जी आप तो दयालु हो, जिन लोगों ने आपको ये परेशान किया और उन सबको आप एक बार मुआफ कर दो। तो ये सब हालांकि आध्यात्मिक चीजें हैं, तो उन्होंने माफी दी वहां पे सबको और बोला भी अब हम एक हफ्ते बाद शरीर छोड़ेंगे। मैं पूरी करूं बात अपनी, एक मिनट। उसमें जो टेक्निकल बात है, जब ये सब कुछ हो गया, जब प्रीवियस डेरा चीफ ऑलरेडी अपनी एग्जिस्टिंग मैनेजमेंट से परेशान है, और उस ऑडियो के एंड में जब आप सुनेंगे तो उस ऑडियो के एंड में एक व्यक्ति माफी मांगता है, और उसको गुरुजी हंस के टाल देते हैं, ठीक है आगे से तो ये सब नहीं करेगा। वो 6 नंबर कैसेट है, और हमने वहां उस टाइम के लोगों को बुला के पूछा जो उस टाइम मौजूद थे उस ऑडियो में, वहां पे सत्संग में, उन्होंने बोला जिस व्यक्ति को माफी देगी वो और कोई नहीं था, वो खट्टा सिंह का फादर था जिसको उस ऑडियो में माफी दी जा रही है। इट मींस क्या कि ये फैमिली बैकग्राउंड से ही ऑलरेडी एग्जिस्टिंग पैटर्न है कि डेरे को तरीके से डेरे की गद्दी पे कब्जा करने का ऑब्जेक्टिव है। उस ऑब्जेक्टिव के अंतर्गत सीबीआई इन्वेस्टिगेशन बायस कर देती है, उसी में एक चीजों को अपने अकॉर्डिंग फैब्रिकेट कर दिया जाता है। जो केस मैनेजमेंट पे आने लगता है, जो अब मैं सिर्फ एक नहीं आपको एक अगला केस भी बताऊंगा, जो केस मैनेजमेंट पे आने लगता है उसमें भी सीबीआई मैनेज हो जाती है। फकीर चंद मर्डर केस है, उसमें जब वो मैनेजमेंट पे केस डॉक्टर जी फकीर चंद ਦੇ ਕੇਸ ਦੀ ਮੈਂ ਅਗਲੀ ਗੱਲ ਬਾਅਦ ਚ ਕਰਦਾ, ਤੇ ਨਾਲੇ ਜਿਹੜੀ ਗੱਲਬਾਤ ਡਾਕਟਰ ਮੋਹਿਤ ਕਹਿ ਕੇ ਗਏ ਨੇ ਕਿ ਉਹ ਤਾਂ ਖੱਟਾ ਸਿੰਘ ਦਾ ਬਾਪ ਸੀ ਜਿਹਨੇ ਮਾਫੀ ਮੰਗੀ ਹੈ ਉਸ ਵੇਲੇ, ਇਹਦੇ ਬਾਰੇ ਤੁਸੀਂ ਉੱਥੇ ਸ਼ਾਮਲ ਸੀ, ਕੀ ਕਹਿਣਾ ਚਾਹੋਗੇ ਜੀ? ਵੀਰ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਭੈਣ ਦੇ ਨੂੰ ਮੈਂ ਉੱਤਰ ਨਹੀਂ ਦੇ ਪਾਇਆ ਕਿਉਂਕਿ ਤੁਸੀਂ ਇਸ ਨਾਲ ਦੀ ਨਾਲ ਮੋਹਿਤ ਨੂੰ ਕਰਤਾ। ਭੈਣ ਕਹਿ ਰਹੀ ਹੈ ਕਿ ਉਸ ਟਾਈਮ ਵਸੀਅਤ ਕੀਤੀ, ਵਸੀਅਤ ਇੱਕ ਨਹੀਂ ਦੋ ਹੋਈਆਂ ਨੇ ਜੀ। ਪਹਿਲੀ ਵਸੀਅਤ ਵਿੱਚ ਸਤਨਾਮ ਦੀ ਆਪਣੀ ਜਾਇਦਾਦ ਵੀ ਦੇ ਦਿੱਤੀ ਗਈ ਸੀ, ਇੰਨਾ ਪ੍ਰੈਸ਼ਰ ਪਾਇਆ ਕਿ ਉਹਦੀ ਆਪਦੀ ਜਾਇਦਾਦ ਵੀ ਨਾਲ ਲਿਖਤੀ, ਫਿਰ ਜਾ ਕੇ ਉਸ ਗਲਤੀ ਨੂੰ ਸੁਧਾਰਿਆ ਗਿਆ। ਦੂਜੀ ਵਸੀਅਤ ਆਈ। ਅਗਲੀ ਚੀਜ਼ ਕਿ ਪੂਰਾ 1 ਸਾਲ ਰਹੇ। ਮੋਹਿਤ ਜੀ ਭੈਣ ਜੀ ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਸਤਨਾਮ ਦੁਆਰਾ ਗੁਰਮੀਤ ਰਾਮ ਰਹੀਮ ਦੇ ਪ੍ਰਤੀ ਕੋਈ ਵੀਡੀਓ ਦੇਖੀ ਆ ਤੁਸੀਂ ਜਿਹੜੀ ਕਿ ਵਿੱਚੇ ਬ੍ਰੇਕ ਨਾ ਲਾਈ ਹੋਵੇ? ਕੋਈ ਇੱਕ ਵੀਡੀਓ ਪੂਰੇ 1 ਸਾਲ ਚ ਕੋਈ ਵੀਡੀਓ ਨਹੀਂ ਹੈ, ਨਹੀਂ ਹੈਗੀ। ਅਗਲੀ ਗੱਲ ਸੁਣੋ ਭੈਣ ਜੀ, ਇਹ ਸੱਚ ਨੇ, ਇਹ ਤੱਥ ਨੇ ਜਿਹੜੇ ਤੁਹਾਨੂੰ ਮਿਲਣਗੇ। ਅਗਲੀ ਗੱਲ ਸੁਣੋ, ਜਿਹੜੀ ਇਹ ਕਹਿੰਦੇ ਨੇ ਕਿ ਆ ਜੀ ਖੱਟਾ ਸਿੰਘ ਨੇ ਗੱਦੀ ਦਾ ਜ਼ਿਕਰ ਕਰਤਾ, ਪਹਿਲੇ ਜੇ ਸੀਗਾ ਇਹ ਗੱਦੀਆਂ ਦਾ ਰੋਲਾ ਪਹਿਲੇ ਵੀ ਪੈਂਦਾ ਰਿਹਾ। ਸਤਨਾਮ ਕੋਲੇ ਉਹਦੇ ਪਿੰਡ ਦੇ ਲੋਕ ਇਕੱਠੇ ਹੋ ਕੇ ਗਏ, ਜਾ ਕੇ ਕਹੇ ਵੀ ਆਪਣੇ ਪਰਿਵਾਰ 'ਚ ਗੱਦੀ ਦੇ ਦਿਓ। ਸਤਨਾਮ ਨੇ ਇਹ ਗੱਲ ਕਹੀ ਸੀ, ਆ ਜੋੜੇ ਹੱਥ ਤੇ ਘਰੇ ਰੱਖਣ ਦੇ ਲਾਇਕ ਹੀ ਨਹੀਂ, ਇਹਨੂੰ ਬਾਹਰ ਕੱਢੀ ਚੰਗੀ ਆ। ਵਾਓ। ਕਿਉਂਕਿ ਉਸ ਟਾਈਮ ਜਦੋਂ ਇੱਕ ਬੰਦਾ ਭੇਜਿਆ ਸੀ ਗੁਰਮੀਤ ਰਾਮ ਰਹੀਮ ਬਾਰੇ ਪਤਾ ਕਰਨ ਵਾਸਤੇ ਕਿ ਉਹ ਕਿੰਨਾ ਪੜਿਆ, ਉਸ ਬੰਦੇ ਦਾ ਕਤਲ ਹੋ ਗਿਆ ਸੀ। ਕੀ ਨਾਮ ਸੀ ਉਹਦਾ? ਐਕਸੀਡੈਂਟ ਹੋ ਕੇ ਮੱਗਰ ਕੁਛ ਇਹੋ ਜਿਹਾ ਨਾਂ ਸੀਗਾ, ਮੇਰੇ ਨਾਮ ਧਿਆਨ ਨਹੀਂ ਹੈਗਾ, ਇਹ ਜਾ ਕੇ ਪਤਾ ਕਰਨਗੇ ਤੇ ਉਹ ਪਤਾ ਲੱਗੇਗਾ। ਐਕਸੀਡੈਂਟ ਹੋ ਗਿਆ, ਉਹਦੀ ਡੈਥ ਹੋ ਗਈ ਸੀ। ਉਹਦੀ ਸਿਰਫ ਪੜ੍ਹਾਈ ਲਿਖਾਈ ਬਾਰੇ ਪਤਾ ਕਰਨ ਗਿਆ ਸੀਗਾ। ਅੱਛਾ,
ਇਸ ਗੱਲਬਾਤ ਤੋਂ ਬਾਅਦ ਬਹੁਤ ਸਾਰੇ ਸਵਾਲ ਨੇ ਹਾਂਜੀ। ਜਿਹੜੇ ਕਿ ਇਸ ਤਰੀਕੇ ਦੇ ਨਾਲ ਇੱਕ ਕੱਲੀ ਗੱਲ ਦਾ ਮੈਂ ਜਵਾਬ ਦੇ ਸਕਦਾ, ਮੇਰੇ ਕੋਲੇ ਹੈਗੇ ਆ ਜਵਾਬ। ਬਿਲਕੁਲ ਜੀ, ਇੱਥੇ ਰੁਕੋ ਜਰਾ ਡਾਕਟਰ ਮੋਹਿਤ ਜੀ, ਕਿਉਂਕਿ ਮੈਨੂੰ ਡੇਰਾ ਸਿਰਸਾ ਦੇ ਜਿੰਨੇ ਵੀ ਕੇਸ ਨੇ ਮੈਂ ਬੜੇ ਲੰਮੇ ਸਮੇਂ ਤੋਂ ਸਾਰੀ ਸਟੱਡੀ ਕੀਤੀ ਹੈ, ਜਿਨ੍ਹਾਂ ਦਾ ਜ਼ਿਕਰ ਲੈਟਰਾਂ ਦਾ ਕਰ ਰਿਹਾ, ਉਹ ਲੈਟਰਾਂ ਮੇਰੇ ਡਾਕੂਮੈਂਟ ਰਿਕਾਰਡ ਦੇ ਵਿੱਚ ਪਈਆਂ ਨੇ। 2 ਕੇਸਾਂ ਦੇ ਵਿੱਚ ਸਜ਼ਾ ਹੋ ਗਈ, ਹੋਰ ਕਿਹੜੇ ਕੇਸ ਪੈਂਡਿੰਗ ਪਏ ਨੇ ਅਦਾਲਤ ਦੇ ਵਿੱਚ ਜਿਨ੍ਹਾਂ ਦਾ ਅਜੇ ਫੈਸਲਾ होना है? डॉक्टर मोहित जी, एक केस वकीर चंद मर्डर केस है और एक हंसराज वाला केस अंडर ट्रायल है। तो ये 2 केस तो सीबीआई के अंडर चल रहे हैं और अच्छा। बाकी फिलहाल ये जो पंचकुला राइट्स का केस मौके पे शुरू हुआ है, तो हाँ, रंजीत केस का ऑलमोस्ट डिसाइडिंग एंड पे है, वो फाइनल आर्गुमेंट्स पे है, वो उसका डिसीजन आना है। ये केस तो मेरी जानकारी में है जी, इसके अलावा केस हो तो मुझे नहीं मालूम। ਜ਼ਮੀਨਾਂ ਦਾ ਕੇਸ ਵੀ ਸੀ, ਕੁਝ ਜਿਹੜੀਆਂ ਜ਼ਮੀਨਾਂ ਧੱਕਿਆਂ ਲਈਆਂ हाँ ਸੀ ਜਾਂ ਦਿੱਤੀਆਂ ਸੀ, हाँ, ਉਹਨਾਂ ਦਾ ये ਕੇਸ ਵੀ ਮੇਰੇ ਕੋਲ ਚੱਲ ਰਿਹਾ ਹੈ। 4 ਕੇਸ ਹੋ ਰਹੇ ਨੇ। एक जी, बेनामी जितेंद्र गोरे की गुमशुदगी का केस भी है जी। हाँ, बेनामी संपत्ति का केस है डेरे के ऊपर एक, और एक ये है। दूसरा क्या है, अभी जो कुछ लोग मिसिंग हैं, कुछ नहीं, बहुत सारे लोग मिसिंग हैं, कुछ शायद पूर साहब को भी नहीं जानकारी होगी, तो कुछ लोग मिसिंग हैं। कुछ का एक सुपर मतलब कह लो अभी सस्पिशियस सुसाइड है, वो एक्चुअल में सुसाइड है या मर्डर है अभी ये क्लियर नहीं है। मतलब ऐसे भी कुछ केसेस हैं जो मर्डर है जी, बिल्कुल क्लियर, आपकी बात सही है, वो मर्डर है, सुसाइड नहीं है। बहुत सारी हाँ। चीजें आरटीआई से निकलवा के तब का हम एप्लीकेशन डाल रखी हैं, हमारी एप्लीकेशन लेना चाहो तो आप ले सकते हैं जी। बिल्कुल, ये सारी चीजें हैं, ऑन रिकॉर्ड हैं, और बहुत सारी चीजें, चलो मेरे को नहीं मालूम था, तूर साहब ने बहुत सारे एफिडेविट दिए हैं, क्योंकि क्या है कि मैं पार्टी नहीं हूँ केस में, तो अंडर ट्रायल केस में हमें डॉक्यूमेंट्स कोर्ट से कॉपी रिकॉर्ड मिलता नहीं है। तो आपके जरिए या सीधा जैसा भी है, आपके जरिए जो वो एफिडेविट्स इन्होंने सबमिट किए हैं, मैं चाहूंगा कि मुझे वो एफिडेविट मिले जो इन्होंने कोर्ट में सबमिट किए हैं। और इसके अलावा आप इस पूरे प्लान के अंदर, या पूरा सिस्टम जो भी ये सब है, इस सब में एक चीज जो मेरे समझ में आई है, जब मैं इस चीज को स्टडी कर रहा हूँ पिछले 3 साल से, उससे पहले क्योंकि जब ये हादसा हुआ उसके बाद मैंने इन्वेस्टिगेट करना शुरू किया इसको, और 25/10 के बाद अब मैंने एक चीज समझी है भी, अगर कोई भी एजेंसी है या कोर्ट है, एजेंसी है या कोर्ट है, जो जिस चीज में एक्यूज गुरुजी हैं और आसपास वाले एक्यूज नहीं बनते हैं, या छोटे लेवल के लोग एक्यूज बनते हैं, उस केस में ना तो सीबीआई को प्रॉब्लम होती है, और ना डेरे की एडमिनिस्ट्रेशन को प्रॉब्लम होती है, ना कोई मतलब कोई दिखता है, लेकिन वो आराम से एक्यूज भी बन जाता है। उन्होंने कोर्ट का फैसला स्वीकार भी किया, और वो 3 साल से नेगेटिव रिपोर्ट या कोई भी लीगल डीलिंग जेल से नहीं। अब एक केस आता है फकीर चंद मर्डर केस। हाँ जी, फकीर चंद मर्डर केस की मैं गल करनी चाहांगा, ਉਹਦੇ ਨਾਲ ਐਡ ਅਪ ਕਰਦੇ ਹਾਂ, ਕਿਉਂਕਿ ਮੈਂ ਇਸ ਕੇਸ ਨਾਲ ਬੜੇ ਲੰਮੇ ਸਮੇਂ ਤੋਂ ਜੁੜਿਆ। ਜਦੋਂ ਦਾ ਰਾਮਚੰਦਰ ਛਤਰਪਤੀ ਨਾਲ ਗੱਲਬਾਤ ਹੋਈ ਹੈ, ਅੰਸ਼ੁਲ ਨਾਲ ਗੱਲਬਾਤ ਹੋਈ ਹੈ, ਨਾਲ ਗੱਲਬਾਤ ਹੋਈ ਹੈ, ਗੁਰਦਾਸ ਸਿੰਘ ਤੂਰ ਨਾਲ ਹੋਈ ਹੈ, ਤੇ ਡਾਕਟਰ ਅਦਿੱਤਿਆ ਨਾਲ ਗੱਲਬਾਤ ਹੋਈ ਹੈ। ਇਸ ਤੋਂ ਪਹਿਲਾਂ ਕਿ ਆਸਾ ਰਾਮ ਨਾਂ ਦਾ ਇੱਕ ਸਾਧ ਹੈ, ਉਹਨੂੰ ਲੜਕੀਆਂ ਦੇ ਛੇੜਛਾੜ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿੰਨਾ ਚਿਰ ਤਾਂ ਸਰਕਾਰਾਂ ਦਾ ਹੱਥ ਰਿਹਾ ਉਨਾ ਚਿਰ ਉਹਨੂੰ ਕੁਝ ਨਹੀਂ ਹੋਇਆ। ਉਹ ਇੱਕ ਬੜਾ ਵੱਡਾ ਮਹਾਂਪੁਰਸ਼ ਸੀ, ਉਹਨੂੰ ਪ੍ਰਧਾਨ ਮੰਤਰੀ ਤੱਕ ਵੀ ਕਹਿੰਦੇ ਰਹੇ ਨੇ ਕਿ ਬਹੁਤ ਵੱਡਾ ਇੱਕ ਗੁਰੂ ਹੈ। ਰਾਮਪਾਲ ਨਾਂ ਦਾ ਵਿਅਕਤੀ ਜਿਹੜਾ ਇੱਕ ਡੇਰਾ ਚਲਾਉਂਦਾ ਸੀ, ਉਹਦੇ ਤੇ ਵੀ ਇਹੀ ਦੋਸ਼ ਲੱਗੇ ਸਨ ਕਿ ਇੱਕ ਬੜਾ ਵੱਡਾ ਮਹਾਨ ਪੁਰਸ਼ ਹੈ। ਜਿੰਨਾ ਚਿਰ ਤਾਂ ਸਰਕਾਰਾਂ ਦੀ ਛਤਰ ਛਾਇਆ ਰਹਿੰਦੀ ਹੈ, ਬਣੇ ਹੋਏ ਕੇਸ ਵੀ ਗਾਇਬ ਹੋ ਜਾਂਦੇ ਨੇ। ਤੁਹਾਨੂੰ ਪਤਾ ਹੈ, ਮੈਂ ਪੰਜਾਬ 'ਚੋਂ ਆਇਆ, ਤੁਸੀਂ ਹਰਿਆਣੇ 'ਚ ਰਹਿੰਦੇ ਹੋ। ਜਦੋਂ ਸਰਕਾਰਾਂ ਦੀ ਛਤਰ ਛਾਇਆ ਹੋਵੇ ਨਾ, ਫਿਰ ਉਹ ਦਿਨ ਨੂੰ ਰਾਤ ਬਣਾ ਦਿੰਦੇ ਹੈ। ਇੱਕ ਕਹਾਵਤ ਵੀ ਬੜੀ ਮਸ਼ਹੂਰ ਹੈ, ਕਹਿੰਦੇ ਹੁੰਦੇ ਆ ਕਿ ਜੇ ਕੋਈ ਬੰਦਾ ਕਤਲ ਹੋ ਜਾਂਦਾ ਤੇ 4-5 ਮੁਲਕਾਂ ਦੀ ਮੀਟਿੰਗ ਹੋਈ, ਜਿਹਦੇ ਵਿੱਚ ਅਮਰੀਕਾ ਸੀ, ਜਾਪਾਨ ਸੀ ਤੇ ਭਾਰਤ ਵਾਲੇ, ਤਿੰਨਾਂ ਦੀ ਮੈਂ ਇੱਕ ਉਦਾਹਰਨ ਦੇ ਰਿਹਾ ਤੁਹਾਨੂੰ। ਕਹਿਣ ਲੱਗੇ ਜੀ ਤੁਹਾਡੇ ਮਰਡਰ ਹੋ ਜਾਵੇ ਕਿੰਨੇ ਚਿਰ 'ਚ ਲੱਭ ਜਾਂਦਾ ਹੈ? ਅਮਰੀਕਾ ਵਾਲੇ ਕਹਿਣ ਲੱਗੇ ਸੀ 24 ਘੰਟਿਆਂ ਦੇ ਵਿੱਚ ਲੱਭ ਲੈਂਦੇ ਆ। ਜਾਪਾਨ ਨੂੰ ਪੁੱਛਿਆ ਤੁਸੀਂ ਕੀ ਕਰਦੇ ਹੋ? ਇਹ ਕਹਾਵਤ ਹੈ ਜੀ। ਉਹ ਕਹਿੰਦੇ ਜੀ ਅਸੀਂ ਤਕਰੀਬਨ ਮਰਡਰ ਹੋਣ ਤੋਂ ਕੁਝ ਘੰਟਿਆਂ ਦੇ ਵਿੱਚ ਹੀ ਲੱਭ ਲੈਂਦੇ ਆ। ਜਦੋਂ ਇੰਡੀਆ ਵਾਲੇ ਦੀ ਵਾਰੀ ਆਈ, ਉਹ ਕਹਿੰਦੇ ਜੀ 24 ਘੰਟੇ ਸਾਨੂੰ ਪਹਿਲਾਂ ਪਤਾ ਹੁੰਦਾ ਮਰਡਰ ਕਿੱਥੇ ਹੋਣਾ। ਜਦੋਂ ਸਰਕਾਰਾਂ ਦੀ ਯੈਸ ਹੋਵੇ, ਸਰਕਾਰਾਂ ਦੀ ਛਤਰ ਛਾਇਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ
ਕਿ ਹਰਿਆਣੇ ਦਾ ਇੱਕ ਮਿਨਿਸਟਰ ਬਾਬਾ ਜੀ ਦੇ ਤੁਹਾਡੇ ਜਨਮ ਦਿਨ ਦੇ ਉੱਤੇ 50 ਲੱਖ ਰੁਪਏ ਦਾ ਤੋਹਫਾ ਦੇ ਕੇ ਜਾਂਦਾ ਹੈ, ਉਹ ਕਿਵੇਂ ਬਾਬਾ ਜੀ ਦੇ ਖਿਲਾਫ ਕੋਈ ਗੱਲ ਕਰਨ ਦਊਗਾ? ਕਦੇ ਵੀ ਨਹੀਂ ਹੋ ਸਕਦਾ। ਉਦੋਂ ਸਰਕਾਰਾਂ ਦਾ ਛਤਰ ਛਾਇਆ ਸੀ, ਸਰਕਾਰ ਬਦਲਣ ਤੋਂ ਬਾਅਦ ਛਤਰ ਛਾਇਆ ਮਿਟ ਗਈ, ਜਾਂ CBI ਦੇ ਉਹ ਲੋਕ ਜਿਹੜੇ ਦੂਸਰੇ ਡਿਫੈਂਸ ਤੇ ਦੋਨੇ ਵਕੀਲਾਂ ਦੇ ਨਾਲ ਮਿਲ ਗਏ, ਇਹ ਅਲੱਗ ਸਟੋਰੀ ਹੈ। ਪਰ ਅਸਲੀਅਤ ਜਿਹੜੀ ਹੈ ਉਹਨੂੰ ਆਪਾਂ ਛੁਪਾਉਣ ਦਾ ਯਤਨ ਨਾ ਕਰੀਏ ਕਿ ਵੀ ਅਸਲੀਅਤ ਦੇ ਵਿੱਚ ਯੈਸ ਬਲਾਤਕਾਰ ਲੜਕੀਆਂ ਦਾ ਉੱਤੇ ਹੋਇਆ, ਤੁਸੀਂ ਆਪਣਾ ਪੱਖ ਰੱਖਿਆ, ਉਹਨਾਂ ਨੇ ਆਪਣਾ ਰੱਖਿਆ, ਨਿਪੁੰਸਕ ਕੀਤੇ ਗਏ ਨੇ, ਤੁਸੀਂ ਆਪਣਾ ਪੱਖ ਰੱਖਿਆ, ਉਹਨੇ ਆਪਣਾ ਪੱਖ ਰੱਖਿਆ। ਰਣਜੀਤ ਸਿੰਘ ਦੇ ਕਤਲ ਦੀ ਕੇਸ ਦਾ ਹੁਣ ਬਿਲਕੁਲ ਫਾਈਨਲ ਹੋਣ ਵਾਲਾ ਹੈ। ਫਕੀਰ ਚੰਦ ਗੁਪਤੇ ਦੇ ਕਤਲ ਦੀ ਕਹਾਣੀ ਦੀ ਗੱਲਬਾਤ ਚੱਲਦੀ ਹੈ, ਗੋਰੇ ਦੀ ਗੁੰਮਸ਼ੁਦਗਾ ਦੀ ਗੱਲਬਾਤ ਚੱਲਦੀ ਹੈ, ਜਿਹੜੀਆਂ ਜ਼ਮੀਨਾਂ ਦੇ ਹੜੱਪਣ ਦੀ ਗੱਲਬਾਤ ਚੱਲਦੀ ਹੈ। ਬੜੇ ਕੇਸ ਨੇ, ਇੱਕ ਨਹੀਂ ਦੋ ਨਹੀਂ, ਬਲਕਿ ਆਉਣ ਵਾਲੇ ਸਮੇਂ 'ਚ ਹੋਰ ਕੇਸ ਵੀ ਨਾਲ ਰਜਿਸਟਰ ਹੋ ਰਹੇ ਨੇ। ਫਕੀਰ ਚੰਦ ਗੁਪਤਾ ਦੇ ਕੇਸ ਬਾਬਤ ਮੈਂ ਤੁਹਾਡੇ ਤੋਂ ਜਾਣਨਾ ਚਾਹਨਾ, ਮੇਰਾ ਖਿਆਲ ਹੈ ਵੀਰਪਾਲ ਜੀ ਦੀ ਵਾਰੀ ਹੈ ਕਿ ਫਕੀਰ ਚੰਦ ਗੁਪਤਾ ਦੇ ਕੇਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ ਤੇ ਜਰੂਰ ਦੱਸੋ, ਤੁਹਾਡਾ ਕੀ ਪੱਖ ਹੈ ਡੇਰੇ ਦਾ ਇੱਕ ਸ਼ਰਧਾਲੂ ਹੋਣ ਦੇ ਨਾਤੇ? ਫਕੀਰ ਚੰਦ ਜੀ ਗੁਪਤਾ ਨਹੀਂ ਹੈਗਾ, ਗੁਪਤਾ ਨਹੀਂ ਹੈਗਾ, ਕੱਲਾ ਫਕੀਰ ਚੰਦ। ਸੌਰੀ, ਗੁਪਤਾ ਹੋ ਰਿਹਾ ਜੀ, ਮੈਂ ਮਾਫ ਕਰਨਾ, ਉਹ ਵਿਸ਼ਵਾਸ ਗੁਪਤਾ ਹੈ, ਉਹ ਦੂਸਰਾ ਕੇਸ ਹੈ ਹਨੀਪ੍ਰੀਤ ਵਾਲਾ। ਹਾਂਜੀ, ਫਕੀਰ ਚੰਦ। ਹਾਂਜੀ ਵੀਰ ਜੀ, ਹਾਂ ਵੀਰ ਜੀ, ਵੈਸੇ ਤਾਂ ਇਹਨਾਂ ਦਾ ਮੈਂ ਤਾਂ ਜਿਵੇਂ 95 ਚ ਨਾਮ ਲਿਆ, ਪਰ ਜੋ ਕੁਛ ਅਸੀਂ ਜਿਵੇਂ ਹੁਣ ਮੋਹਿਤ ਜੀ ਨੇ ਵੀ ਕਿਹਾ, ਜਿੰਨੇ ਅਸੀਂ ਸਰਚ ਕੀਤੇ, ਜੋ ਕੁਛ ਸਾਡੇ ਸਾਹਮਣੇ ਆਇਆ ਜੀ, ਇਹ ਫਕੀਰ ਚੰਦ ਸਾਡਾ ਉਸ ਟਾਈਮ ਮੈਨੇਜਰ ਸੀਗਾ ਜੀ। ਓਕੇ। ਪਰ ਜਿਹੜੇ ਸਾਡੇ ਮੈਨੇਜਰ ਸੀ, ਸਾਰਾ ਪੈਸੇ ਧੇਲੀ ਦਾ ਕੰਮ ਇਹਦੇ ਕੋਲ, ਜਿਹੜੇ ਸਾਡੇ ਉਸ ਟਾਈਮ 5 ਜਿਹੜੀ ਪ੍ਰਬੰਧਕੀ ਕਮੇਟੀ ਸੀ, ਜਿਹਦੇ ਚ ਖੱਟਾ ਸਿੰਘ ਵੀ ਹੈ ਸ਼ਾਮਲ, ਇਹ ਸਾਰੀ ਪ੍ਰਬੰਧਕੀ ਕਮੇਟੀ ਆਪਦੇ ਨਿੱਜੀ ਕੰਮਾਂ ਵਾਸਤੇ ਵੀ ਮੈਨੇਜਰ ਤੋਂ ਪੈਸੇ ਲੈ ਕੇ ਜਾਂਦੇ ਸੀ ਫਕੀਰ ਚੰਦ ਤੋਂ। ਪਰ ਜਦੋਂ ਕਹਿੰਦੇ ਵੀ ਹਜੂਰ ਪਿਤਾ ਜੀ ਇਹ ਬੈਠੇ ਆ, ਤਾਂ ਉਹਨੇ ਇਹ ਕਹਿਤਾ ਵੀ ਹੁਣ ਜਿਹੜੇ ਹੈਗੇ ਵੀ ਗੁਰੂ ਬਦਲ ਗਏ, ਤੇ ਵੀ ਮੈਂ ਤਾਂ ਮੇਰਾ ਮੁਸ਼ਕਲ ਹੈ ਵੀ ਮਤਲਬ ਕਿ, ਕਿਉਂਕਿ ਉਹਨੂੰ ਐ ਸੀਗਾ ਵੀ ਨਵੇਂ ਗੁਰੂ ਆਏ ਆ, ਵੀ ਪਤਾ ਨਹੀਂ ਕਿਸ ਟਾਈਪ ਦਾ ਹੋਗੇ, ਕਿਵੇਂ ਹੋਣਗੇ, ਵੀ ਮੈਂ ਤੁਹਾਨੂੰ ਹੁਣ ਪੈਸੇ ਨਹੀਂ ਦੇ ਸਕਦਾ, ਕਿਉਂਕਿ ਪਰਮ ਪਿਤਾ ਜੀ ਤਾਂ ਐ ਸੀਗੇ ਵੀ ਜਿਹੜੇ ਇਹ ਕਹਿੰਦੇ ਸੀ ਬਹੁਤ ਭੋਲੇ ਆ ਜੀ, ਲੋਕ ਕਿਹੜਾ ਹਿਸਾਬ ਰੱਖਦੇ ਆ ਜੀ, ਤੇ ਉਹਨਾਂ ਨੂੰ ਐ ਸੀ ਵੀ ਨੌਜਵਾਨ ਲੜਕੇ ਆ ਗਿਆ ਤੇ ਵੀ ਮੇਰਾ ਹਿਸਾਬ ਕਿਤਾਬ ਜੇ ਮੰਗਣ ਲੱਗ ਗਏ ਮੇਰੇ ਤੋਂ, ਤੇ ਮੈਂ ਹਿਸਾਬ ਕਿਤਾਬ ਕਿਵੇਂ ਦੇਊਂਗਾ। ਤਾਂ ਇਹਨਾਂ ਨੇ ਕੀ ਕੀਤਾ ਜੀ, ਜਦੋਂ ਉਹਨੇ ਜਵਾਬ ਦਿੱਤਾ ਵੀ ਮੈਂ ਇਸ ਬਾਅਦ ਤੁਹਾਨੂੰ ਪੈਸੇ ਨਹੀਂ ਦੇ ਸਕਦਾ, ਤਾਂ ਅਸੀਂ ਇਹੀ ਸੁਣਿਆ ਵੀ ਜਿਹੜੀ ਮੈਨੇਜਮੈਂਟ ਕਮੇਟੀ ਸੀ, ਇਹਨਾਂ ਨੇ ਜਦੋਂ ਗੁਰੂ ਜੀ ਗੱਦੀ ਦਾ 23 ਤੇ ਬੈਠਿਆ, ਉਹ ਤਾਂ 24-25 ਨੂੰ ਹੀ ਬਸ ਪਤਾ ਨਹੀਂ ਜੀ ਗੁੰਮ ਹੋ ਗਏ, ਕਿੱਥੇ ਕੀ ਕੀਤਾ ਕੀ ਨਹੀਂ, ਇਹ ਮੈਨੇਜਮੈਂਟ ਕਮੇਟੀ ਨੂੰ ਪਤਾ ਜੀ। ਉਦੋਂ ਗੁਰੂ ਜੀ ਤਾਂ ਸਾਡੇ ਪਰਮ ਪਿਤਾ ਹੀ ਬੈਠੇ ਸੀ, ਮਤਲਬ ਕਿ ਜਦੋਂ ਸਾਡੇ ਗੁਰੂ ਜੀ ਦਾ ਜੇ ਗੱਦੀ ਤੇ ਆਇਆ, ਇਹਨਾਂ ਨੇ ਤਾਂ ਉਦੋਂ ਹੀ ਉਹਨੂੰ ਪਾਸੇ ਕਰਤਾ ਮੈਨੇਜਰ। ਓਕੇ, ਸੋ ਫਕੀਰ ਚੰਦ ਦਾ ਕਤਲ ਜਦੋਂ ਤੁਹਾਡੇ ਗੁਰੂ ਜੀ ਗੱਦੀ ਚ ਆਏ ਨੇ, ਉਦੋਂ ਹੁੰਦਾ ਕਤਲ? ਇੱਕ ਮਿੰਟ, ਇਹ 2-3 ਦਿਨ ਬਾਅਦ ਹੀ ਕਹਿੰਦੀ ਉਹ ਗੁੰਮ ਹੋ ਗਿਆ ਜੀ, ਉਦੋਂ ਮਤਲਬ ਕਿ ਉਹਨਾਂ ਦੇ 2-3 ਦਿਨ ਤੋਂ ਬਾਅਦ ਹੀ ਬਸ ਅਸੀਂ ਜਿਹੜੀ ਮੇਨ ਸਾਨੂੰ ਜਿਹੜੇ ਉੱਥੇ ਮੌਕੇ ਤੇ ਉਸ ਟਾਈਮ ਹੋਰ ਲੋਕ ਵੀ ਸੀ, ਇਹੋ ਜਿਹੀ ਗੱਲ ਨਹੀਂ ਹੈ ਕਿ ਮਤਲਬ ਕਿ ਸੇਵਾ ਨਹੀਂ ਕਰਦੇ, ਬਹੁਤ ਸਾਰੇ ਲੋਕ ਹੋਰ ਵੀ ਸੀ ਜਿਹੜੇ ਸੇਵਾ ਕਰਦੇ ਦਿਨ ਰਾਤ ਉੱਤੇ, ਉਹਨਾਂ ਨੇ ਸਾਨੂੰ ਸਾਰਿਆਂ ਨੇ ਇਹ ਗੱਲ ਦੱਸੀ ਹੈ ਜੀ, ਇਹ ਗੱਲ ਦੱਸੀ ਹੈ। ਪਰ ਡਾਕਟਰ ਗੁਰਦਾਸ ਸਿੰਘ ਤੂਰ ਜੀ, ਤੁਸੀਂ ਉਹਨਾਂ ਦਿਨਾਂ ਦੇ ਵਿੱਚ ਡੇਰੇ ਦੇ ਵਿੱਚ ਸੋ ਜਦੋਂ ਫਕੀਰ ਚੰਦ ਦਾ ਕਤਲ ਹੁੰਦਾ ਹੈ ਜੀ? ਨਹੀਂ, ਮੈਂ ਡੇਰੇ ਦੇ ਵਿੱਚ ਨਹੀਂ, ਮੈਂ ਮੇਰੀ ਉਮਰ ਬਹੁਤ ਛੋਟੀ ਸੀ ਉਦੋਂ, 90 ਦੇ ਏੜ ਦੀ ਗੱਲ ਆ ਜੀ। ਔਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਆ ਕਿ ਉਹਦੇ ਫਕੀਰ ਚੰਦ ਕੋਲੇ ਉਹਨਾਂ ਦਿਨਾਂ ਵਿੱਚ ਸਾਡੀਆਂ ਕੁਝ ਫੋਟੋਆਂ ਪਈਆਂ ਸੀ, ਔਰ ਫੋਟੋਆਂ ਲੈਣ ਗਏ ਸੀ, ਤੇ ਉਹ ਉਸ ਟਾਈਮ ਮੈਨੇਜਰੀ ਤੋਂ ਹਟ ਕੇ ਤੇ ਆਦਾ ਪਾਸੇ ਇੱਕ ਕਮਰਾ ਮਿਲਿਆ ਸੀ, ਗੁਫਾ ਦੇ ਨਾਲ ਇੱਕ ਭੈਣਾਂ ਦਾ ਕਮਰਾ ਸੀ, ਭੈਣਾਂ ਦੇ ਕਮਰੇ ਦੇ ਨਾਲ ਇੱਕ ਉੱਪਰਲੇ ਪਾਸੇ ਕਮਰਾ ਸੀ ਜਿੱਥੇ ਉਹ ਰਹਿੰਦਾ ਸੀ, ਮੈਂ ਉੱਥੋਂ ਫੋਟੋ ਲੈ ਕੇ ਆਇਆ ਸੀ। ਸੋ ਮੈਨੂੰ ਇੰਨਾ ਕੁ ਪਤਾ ਆ, ਯਾਦ ਆ ਮੈਨੂੰ। ਉਹਨਾਂ ਦਿਨਾਂ ਤੋਂ ਬਾਅਦ ਉਹਨੂੰ ਫਕੀਰ ਚੰਦ ਨੂੰ ਨਹੀਂ ਦੇਖਿਆ ਗਿਆ, ਉਹਦਾ ਕਦੋਂ ਕਿੱਥੇ ਕਿਵੇਂ ਕਤਲ ਕੀਤਾ ਗਿਆ, ਇਹ ਬਾਅਦ ਦੀਆਂ ਗੱਲਾਂ ਨੇ ਜਦੋਂ ਪਤਾ ਲੱਗਦਾ। ਉਦੋਂ ਤਾਂ ਇਹ ਸੀਗਾ ਕਿ ਉਹ ਛੱਡ ਕੇ ਚਲਾ ਗਿਆ, ਬਾਅਦ ਚ ਪਤਾ ਲੱਗਾ ਵੀ ਜਦੋਂ ਗੁੰਮਨਾਮ ਚਿੱਠੀ ਆਈ ਹੈ ਉਹਦੇ ਚ ਪਤਾ ਲੱਗਦਾ ਵੀ ਉਹਦਾ ਕਤਲ ਹੋਇਆ। ਸੋ ਉਸ ਤੋਂ ਬਾਅਦ ਫਿਰ ਇਨਕੁਆਰੀ ਹੁੰਦੀ ਹੈ, ਇਨਕੁਆਰੀ ਤੋਂ ਬਾਅਦ ਫਿਰ ਇਨਕੁਆਰੀ ਨੂੰ ਕਿਸੇ ਤਰੀਕੇ ਬੰਦ ਕਰ ਦਿੱਤਾ ਜਾਂਦਾ, ਔਰ ਬੰਦ ਕਰਨ ਤੋਂ ਬਾਅਦ ਫਿਰ ਹਾਈ ਕੋਰਟ ਫਿਰ ਉਹ ਬੰਦਾ ਪਹੁੰਚਦਾ ਜਾ ਕੇ ਰਾਮ ਕੁਮਾਰ ਬਿਸ਼ਨੋਈ, ਔਰ ਉਹਨੇ ਜਾ ਕੇ ਦੁਆਰਾ ਪਾਈ, ਔਰ ਮੈਂ ਕੱਲੀ ਤਰੀਕ ਤੇ ਨਾਲ ਗਿਆ ਰਾਮ ਕੁਮਾਰ ਬਿਸ਼ਨੋਈ ਦੇ, ਔਰ ਉਹਦੇ ਵਿੱਚ ਇਹਨਾਂ ਕੋਲ ਕਿਸੇ ਤਰੀਕੇ ਦਾ ਕੋਈ ਜਵਾਬ ਨਹੀਂ ਸੀ ਗੁਰਮੀਤ ਰਾਮ ਰਹੀਮ ਤੇ ਪੂਰੇ ਡੇਰੇ ਕੋਲੇ ਕਿ ਉਹਨਾਂ ਗੱਲਾਂ ਦਾ ਜਵਾਬ ਦੇ ਸਕਣ। ਤੇ ਹਾਈ ਕੋਰਟ ਨੇ ਇੱਕ ਤਰਫਾ ਕਰਦੇ ਹੋਏ ਗੁਰਮੀਤ ਰਾਮ ਰਹੀਮ ਨੂੰ ਪਾਰਟੀ ਬਣਾ ਕੇ ਕੇਸ ਅੱਗੇ ਤੋਰ ਲਿਆ ਜੀ। ਬਿਲਕੁਲ ਜੀ, ਰਾਮ ਕੁਮਾਰ ਬਿਸ਼ਨੋਈ ਨਾਲ ਮੇਰੀਆਂ 2 ਜਾਂ 3 ਇੰਟਰਵਿਊ ਉਹਨਾਂ ਨਾਲ ਵੀ ਹੋਈਆਂ ਨੇ, ਜਦੋਂ ਦੱਸਦੇ ਸੀ ਕਿ ਫਕੀਰ ਚੰਦ ਦਾ ਕਤਲ, ਕਿਉਂਕਿ ਮੇਨ ਗਵਾਹ ਉਹ ਸੀ, ਬਿਲਕੁਲ ਕੋਰੇ ਅਨਪੜ੍ਹ ਸੀ। ਮੈਨੂੰ ਐਂ ਲੱਗਦਾ ਵੀ ਕਾਫੀ ਉਹਨਾਂ ਕੋਲ ਬਹੁਤੀ ਵਿਦਿਆ ਨਹੀਂ ਸੀ। ਇਹਦੇ ਬਾਬਤ ਆਪਾਂ ਡਾਕਟਰ ਮੋਹਿਤ ਨੂੰ ਪੁੱਛਦੇ ਹਾਂ। ਡਾਕਟਰ ਮੋਹਿਤ ਜੀ, फकीर चंद के कत्ल बारे कोई जानकारी है? की होया? जी बिल्कुल, जितना मैंने पढ़ा है जी, जितना ढूंढा है,
उतना है कि गुमनाम चिट्ठी आप कह रहे हैं आपके पास ऑन रिकॉर्ड है, आपके चैनल के पास। जी जी अब उस ऑन रिकॉर्ड उस गुमनाम चिट्ठी को पढ़ेंगे तो उसमें लिखा हुआ है कि फकीर चंद का मर्डर गद्दी पे आने से पहले हमने करवा दिया था, ऐसा स्टेटमेंट है। जी तो लेकिन क्या, जब सीबीआई ने कोर्ट में जो गुमनाम चिट्ठी की को लिख के रिप्रोड्यूस किया है, जी। उसमें उन्होंने स्टेटमेंट बदल दी है, फकीर चंद का मर्डर गद्दी पे आने के बाद हुआ है। तो ये एफआईआर वहां फैब्रिकेट हुई। दूसरा, अब वो केस 1991 या 92 में रजिस्टर्ड हुआ राम कुमार बिश्नोई की कंप्लेंट पे, जी और उसके बाद उस पे हरियाणा पुलिस ने कोई कार्रवाई नहीं की। और लगभग 2007 में एक स्टिंग आया था कट्टा सिंह का और गोविंद, ऐसा कुछ था, एक स्टिंग टेलीकास्ट हुआ, और उस स्टिंग के बाद राम कुमार बिश्नोई हाई कोर्ट जाते हैं कि इसकी इंक्वायरी मतलब रीकम्प्लेंट फाइल करते हैं। 2009 में वो हाई कोर्ट जाते हैं भी इस पे इन्वेस्टिगेशन हरियाणा पुलिस सही नहीं कर रही है। तो अल्टीमेटली वो क्या हुआ, सीबीआई को ट्रांसफर होता है वो केस। जी अब जब सीबीआई उस पे कंप्लेंट दर्ज करती है और प्राइमरी इन्वेस्टिगेशन करती है, तो मेरे को जितना मैंने पढ़ा है 24 फरवरी 2010 पे प्रिलिमिनरी इन्वेस्टिगेशन के बाद एफआईआर दर्ज की जाती है, जिसमें गुरुजी और इसके अलावा 4 लोगों को एक्यूज बनाया जाता है। बिल्कुल जी। इसमें 4 लोग, और उस जो 25 तारीख को शायद 26 को दर्ज होती है वो एफआईआर, 27 तारीख को दंगा हो जाता है। अगले ही दिन दंगा हो जाता है, और दंगे में क्या होता है, बहुत सारी बसें, ट्रेन, ये सब कुछ जलाया गया। उसमें पोस्ट ऑफिस जलाए गए, सब कुछ जलाया गया। उस टाइम उस ओवरऑल दंगे की जो रिपोर्ट बन के आती है, उस रिपोर्ट में ये बात क्लियर हुई कि जो ये दंगा था ये एक वेल ऑर्गेनाइज था और वेल प्लान टाइम्ड था, एक पर्टिकुलर टाइम पे हुआ, ये एक ऑर्गेनाइज था। अब समझ आपको इस तरह से समझना होगा कि ये किसे मालूम था कि सीबीआई 26 तारीख को एफआईआर दर्ज करने वाली है, किसी को नहीं मालूम होना चाहिए, सीबीआई को मालूम था। उसका जो इन्वेस्टिगेटिंग ऑफिसर थे उनका नाम था सतीश डागर। सतीश डागर उस टाइम आईओ थे। तो होता क्या है कि सतीश डागर 2010 तक 3 केसेस में चार्जशीट कोर्ट में फाइल किए गुरुजी के खिलाफ। मतलब उन्होंने हर तरह का वो प्रेशर झेला सतीश डागर ने, और 3 चार्जशीट उन्होंने फाइल की कोर्ट में। एक मिनट, आपने बोला प्रेशर झेला, किदा प्रेशर सी ਤੁਹਾਨੂੰ ਕੀ लगता है? मैं बताता हूँ, जिस तरह से ये चीज एक कही जाती है कि सीबीआई को भी प्रेशराइज किया गया, बहुत परेशान किया गया, उनको एविडेंस पेश नहीं कराए गए, एविडेंस दिए नहीं गए, ये मैं इस चीज को कह रहा हूँ। इस तरह से उनके ऊपर एक दबाव था भी, उनको ये सारी चीजें झेलते हुए चार्जशीट करना केस। उन्होंने जैसे तैसे करके, सतीश डागर एक आईओ थे जिन्होंने 3 चार्जशीट फाइल की हैं गुरुजी के खिलाफ 2007 में। अब 2010 में ਇੱਕ ਮਿੰਟ ਇੱਥੇ ਰੁਕਿਓ। ਪ੍ਰੈਸ਼ਰ ਤੁਸੀਂ ਕਹਿ ਰਹੇ ਸੀਬੀਆਈ ਨੂੰ ਪਿਆ, ਸੀਬੀਆਈ ਸਿੱਧੀ ਕੇਂਦਰ ਦੇ ਅੰਡਰ ਹੈ ਜੀ, ਸੈਂਟਰਲ ਗਵਰਨਮੈਂਟ ਦੇ ਅੰਡਰ ਹੈ। ਕੇਂਦਰ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਜਦੋਂ ਡੇਰੇ ਚੋਂ ਬਾਹਰ ਨਿਕਲਦੇ ਨੇ, ਕਾਨੂੰਨ ਦੀਆਂ ਧੱਜੀਆਂ ਉੜਦੀਆਂ ਨੇ ਕਿ ਇੱਕ ਲਾਇਸੈਂਸ ਪਲੇਟ ਹੈ, ਬਾਕੀਆਂ ਦੀ ਕੋਈ ਲਾਇਸੈਂਸ ਪਲੇਟ ਨਹੀਂ। ਪੂਰੇ ਇੰਡੀਆ ਦੇ ਵਿੱਚ ਕੋਈ ਗੱਡੀ ਵਿਦਆਊਟ ਲਾਇਸੈਂਸ ਪਲੇਟ ਚੱਲ ਨਹੀਂ ਸਕਦੀ। ਜੇ ਕੋਈ ਲਾਇਸੈਂਸ ਪਲੇਟ ਤੋਂ ਬਗੈਰ ਗੱਡੀ ਚੱਲਦੀ ਹੈ, ਚਲਾਨ ਕੱਟ ਦਿੱਤਾ ਜਾਂਦਾ ਹੈ। ਗੁਰਮੀਤ ਰਾਮ ਰਹੀਮ ਸ਼ਰੇਆਮ 5 ਜਾਂ 6 ਗੱਡੀਆਂ ਦੇ ਕਾਫਲੇ ਦੇ ਵਿੱਚ ਇੱਕੋ ਰੰਗ ਦੀਆਂ ਗੱਡੀਆਂ, ਇੱਕ ਦਾ ਨੰਬਰ ਹੈ, ਬਾਕੀਆਂ ਦਾ ਕੋਈ ਨੰਬਰ ਨਹੀਂ। ਇੱਕੋ ਨੰਬਰ ਹੁੰਦੇ ਨੇ ਸਾਰਿਆਂ ਦੇ, ਇੱਕੋ ਨੰਬਰ ਸਾਰਿਆਂ ਦੇ, ਇੱਕ ਦਾ ਨੰਬਰ ਹੀ ਹੋਇਆ ਜੀ। ਬਿਲਕੁਲ ਅਸਲ ਦੇ ਵਿੱਚ ਇੱਕੋ ਨੰਬਰ, ਸਾਰਿਆਂ ਦੇ ਇੱਕੋ ਨੰਬਰ ਹੁੰਦੇ ਆ, ਸਾਰੀਆਂ ਗੱਡੀਆਂ ਦੇ ਇੱਕੋ ਨੰਬਰ ਹੋਏ। ਮੈਂ ਉਹੀ ਕਹਿ ਰਿਹਾ ਵੀ ਇੱਕੋ ਨੰਬਰ ਦੇ ਉੱਤੇ ਇਕੱਠੀਆਂ ਗੱਡੀਆਂ ਚੱਲਦੀਆਂ ਨੇ। ਸਰਕਾਰ ਨੂੰ ਇਉਂ ਪਤਾ ਲੱਗ ਗਿਆ ਕਿ ਕੱਲ ਨੂੰ ਗੁਰਮੀਤ ਰਾਮ ਰਹੀਮ ਆਪਣੀ ਸਲਤਨਤ ਖੜੀ ਕਰ ਰਿਹਾ, ਇਹ ਸਰਕਾਰਾਂ ਲਈ ਖਤਰਾ ਹੋ ਸਕਦਾ ਹੈ। ਤੁਹਾਨੂੰ ਲੱਗਦਾ ਨਹੀਂ ਪੰਕਜ ਜੀ ਕਿ ਉਸ ਵੇਲੇ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਕਿ ਇੱਕੋ ਲਾਇਸੈਂਸ ਪਲੇਟ ਦੇ ਉੱਤੇ 6 ਗੱਡੀਆਂ ਚੱਲ ਰਹੀਆਂ ਨੇ? सरकार जी, पैदा हो गया। एक्चुअली आपने टॉपिक डिस्ट्रैक्ट कर दिया। मैं इसके साथ ही ऐड कर रहा हूं। हाँ, मैं बताता हूं एक्चुअली क्या सरकारां फैसले ਇਹੋ ਜਿਹੇ ਕਿਉਂ ਲੈਂਦੀਆਂ ਨੇ। ਸਰਕਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਵਿਅਕਤੀ ਸਾਨੂੰ ਬਾਈਪਾਸ ਕਰਕੇ ਸਾਡੇ ਵੱਲੋਂ ਪੈਦਾ ਕੀਤੇ ਹੋਏ ਵਿਅਕਤੀ ਨੇ, ਜਿੰਨੇ ਵੀ ਮਾਫ ਕਰਨਾ ਜਿੰਨੇ ਵੀ ਡੇਰੇ ਨੇ, ਜਿੰਨੇ ਵੀ ਡੇਰੇ ਨੇ ਪੰਜਾਬ ਦੇ ਵਿੱਚ ਨੇ ਜਾਂ ਦੁਨੀਆ ਭਰ ਦੇ ਵਿੱਚ ਨੇ, ਯੈਸ ਸਰਕਾਰਾਂ ਨੂੰ ਬੜਾ ਵੱਡਾ ਸਹਿਯੋਗ ਹੁੰਦਾ ਵੋਟ ਦਾ ਬੜਾ ਵੱਡਾ ਸਹਿਯੋਗ। ਜਦੋਂ ਵੋਟ ਕਿਸਦੀ ਨਜ਼ਰ ਆਉਂਦੀ ਹੈ ਫਿਰ ਸਰਕਾਰਾਂ ਇਹੋ ਜਿਹੇ ਐਕਸ਼ਨ ਲੈਂਦੀਆਂ ਨੇ। ਦੱਸੋ ਜੀ ਕਿ ਵਾਕਈ ਹੀ ਇਹ ਕਾਨੂੰਨ ਦੀ ਅਵਗਿਆ ਹੋਈ
ਉਹਨਾਂ ਤੇ ਚਲਾਨ ਕਿਉਂ ਨਹੀਂ ਕੱਟਿਆ ਗਿਆ, ਸਰਕਾਰਾਂ ਨੇ ਕਿਉਂ ਨਹੀਂ ਕੱਟਿਆ ਉਸ ਵੇਲੇ ਚਲਾਨ ਜੀ? ਉਹਨੂੰ ਤੁਹਾਡੇ ਟੌਪਿਕ ਵੱਲ ਵੀ ਆਉਨੇ ਆ। जी जी, मुझे ये जानकारी मिली थी और एक जयपुर के अंदर ये एक मीडिया ने न्यूज ब्रेक की थी कि 6 गाड़ियां थी और एक ही नंबर प्लेट सब पे थी जी। 6 गाड़ियां थी, एक ही नंबर प्लेट थी, और जब ये मीडिया में आ गई तो चलान काटा गया या नहीं काटा गया, उसे भरा गया या नहीं भरा गया, इसकी जानकारी मुझे नहीं है। लेकिन ये आपकी बात मैं एडमिट करता हूँ, जयपुर के अंदर सफाई अभियान था, वहां पे वो वीडियो रिकॉर्ड आया था जिसमें हर एक गाड़ी पे एक ही नंबर था। तो उसमें क्या इशू आया था, अभी कोई सिक्योरिटी प्रोटोकॉल तो वायलेट हुआ है या सिक्योरिटी की वजह से मतलब ये करते थे, क्यों करते थे, ये मैं कह रहा हूँ डेफिनेटिव है, वो एक कानून के खिलाफ था। वो एक गाड़ी पे एक ही नंबर होना चाहिए, और उसके जस्ट बाद जितने भी इंसिडेंट्स हुए जहां भी गाड़ियां गई हैं वहां उन गाड़ियों के ओरिजिनल नंबर लगाए गए। कई बार क्या होता है, नहीं कानून की जानकारी होती या नहीं कानून का पता होता कई बार, या फिर कोई बंदा समझता है भी इस छोटे से कानून को तोड़ने से कोई फर्क नहीं पड़ता है, तो वो शायद इसलिए ये चीजें मिसइंटरप्रेट हुई। लेकिन मैं बैक टू, अगर आप इजाजत दें, मैं फकीर चंद मर्डर केस की बात वापसी फकीर चंद के केस पर आई है। पूरे 2 मिनट में इसको समअप करिए क्योंकि हमारे पास समा बड़ा थोड़ा है। मैं माफ करना, मैंने इंग्लिश ਤੇ हिंदी विचे करनी पै रही है, पंजाबी भी, क्योंकि समा थोड़ा है। दूसरे एपीसोड ਦੇ ਵਿੱਚ ਆ ਜਿਹੜਾ दूसरा एपीसोड अपना ਚੱਲ ਰਿਹਾ, ਇਹਦੇ ਵਿੱਚ ਆਪਾਂ ਸਾਰੀ ਗੱਲਬਾਤ ਨੂੰ ਤਕਰੀਬਨ 20 ਜਾਂ 25 ਮਿੰਟ ਨੇ ਸਾਰੀ ਗੱਲਬਾਤ ਸਾਰੇ ਕੇਸਾਂ ਦੀ ਆਪਾਂ क्लोज सबअप करांगे ਤਾਂ ਜੋ ਕਿਸੇ ਸਿੱਟੇ ਦੇ ਉੱਤੇ ਪਹੁੰਚ ਸਕੀਏ। ਹਾਂਜੀ, पूरे 2 मिनट जी। उसमें क्या 2010 में एक जिस दिन एफआईआर होती है उससे अगले दिन ही दंगा होता है, और पुलिस की रिपोर्ट कहती है वेल ऑर्गेनाइज्ड एंड टाइम्ड है। अगर आप 93 बॉम्ब ब्लास्ट लेंगे मुंबई का, तो वो कुछ ऐसा ही प्लान था, वेल ऑर्गेनाइज्ड और वेल टाइम्ड है ये सारा कुछ। एक दिन के अंदर इतनी बड़ी वारदात को प्लान नहीं किया जा सकता भी एक ही टाइम पे एक जैसी वारदात हर जगह घटे। अब सतीश सागर एक ऐसे आईओ थे 3 केसेस में जिन्होंने सारे चैलेंजेस फेस किए, और उसके बाद उन्होंने 3 चार्जशीट गुरुजी के खिलाफ फाइल की। तो फिर उस दंगे के बाद सीबीआई पे ऐसा कौन सा प्रेशर आया, सीबीआई पे कौन सा प्रेशर आया, कौन सा चैलेंज सामने आया कि उन्होंने आनन फानन में उनकी सीनियर अथॉरिटीज ने सतीश सागर को उस केस से हटा दिया और बीएस डोगरा नाम के नए आईओ को अपॉइंट किया, और विद इन मंथ्स इन्वेस्टिगेशन कंप्लीट किए बिना बीएस डोगरा ने क्लोजर रिपोर्ट फाइल कर दी। इसलिए क्योंकि डेरे के जो मौजूदा मैनेजमेंट है, उस मैनेजमेंट में जो 1990 से पहले के लोग थे वो लोग उसमें एक्यूज बन रहे थे, और इसलिए उस केस को आनन फानन में क्लोजर रिपोर्ट फाइल करके बंद कर दिया गया। उसके बाद 2013 में उस क्लोजर रिपोर्ट के अगेंस्ट राम कुमार बिश्नोई ने हाई कोर्ट में पिटीशन डाली, जिस क्लोजर रिपोर्ट को मैं चैलेंज करूंगा। अब 2017 खत्म हो चुका, 2017 में गुरुजी जेल चले गए, 2013 में रिपोर्ट फाइल की। हम ये पूरा प्रोपेगेंडा दिखाया जाता है भी गुरुजी का बहुत ज्यादा दबाव था, गुरुजी बहुत ज्यादा सबको प्रताड़ित करते थे, उनका बहुत ज्यादा दबदबा था। 3 साल गुजर गए जी, एक भी आदमी उस 3 सालों में एक भी आदमी निकल के सामने नहीं आया कि मैं 2017 तक दबाव में था और अब मेरे से दबाव हट गया है। 2013 से रिव्यू पिटीशन पेंडिंग है, 2020 होने को आया है, हाई कोर्ट में वो पिटीशन लिस्टिंग क्यों नहीं होती है? ठीक है जी, एक मिनट इत्थे रुको। गुरदास सिंह तूर जी, फकीर चंद गुप्ता दे केस ਨੂੰ ਰੈਪ ਅਪ ਕਰੀਏ ਕਿਉਂਕਿ ਰਣਜੀਤ ਸਿੰਘ ਕਤਲ ਕੇਸ ਦੀ ਅੱਗੇ ਆਪਾਂ ਪੂਰੇ 10 ਮਿੰਟ ਗੱਲਬਾਤ ਕਰਨੀ ਹੈ। ਕੇਸ ਬਹੁਤ ਨੇ, ਕਿਉਂਕਿ ਮੈਂ ਚਾਹੁੰਦਾ ਕਿ ਇੱਕ ਐਪੀਸੋਡ ਅਗਲੇ ਵਾਰੀ ਆਪਾਂ ਹੋਰ ਡਿਬੇਟ ਕਰਾਂਗੇ ਜਿਹਦੇ ਵਿੱਚ ਦੁਨੀਆ ਭਰ ਨੂੰ ਇਹ ਸੱਚ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਡੇਰੇ ਦੇ ਵਿੱਚ ਕਤਲ ਤੇ ਬਲਾਤਕਾਰਾਂ ਦੀ ਅਸਲ ਕਹਾਣੀ ਕੀ ਹੈ। ਸ਼ਰਧਾਲੂ ਕੀ ਸੋਚਦੇ ਨੇ? ਉਹ ਸੋਚ ਰਹੇ ਨੇ ਕਿ ਸਾਡੇ ਗੁਰੂ ਜੀ ਨਾਲ ਧੱਕਾ ਹੋਇਆ। ਮੈਨੇਜਮੈਂਟ ਕਮੇਟੀ ਹੈ ਜਿਹੜੀ, ਮੈਨੇਜਮੈਂਟ ਕਮੇਟੀ ਨੇ ਸਾਰੇ ਕੇਸ ਫੈਬਰੀਕੇਟ ਕੀਤੇ ਆ। ਗੁਰਦਾਸ ਸਿੰਘ ਤੂਰ ਜੀ, ਵੀਰ ਜੀ ਮੈਂ ਮਾਫੀ ਚਾਹੁੰਦਾ ਕਿ ਤੁਸੀਂ ਮੈਨੂੰ ਸਿਰਫ 1 ਜਾਂ 1.5 ਮਿੰਟ ਦਿੰਦੇ ਹੋ, 8-8 9-9 ਮਿੰਟ ਤੁਸੀਂ 4 ਮਿੰਟ ਨੇ ਜੀ ਤੁਹਾਡੇ ਕੋਲ ਪੂਰੇ ਹੋਣੇ ਇਸ ਵੇਲੇ, ਪੂਰੇ 4 ਮਿੰਟ। ਇਦਾਂ ਦੇ ਮੈਂ ਮਤਲਬ ਬੇਨਤੀ ਕਰਦਾ ਤੁਹਾਨੂੰ ਵਾਰ-ਵਾਰ ਕਿ ਤੁਸੀਂ ਮੈਨੂੰ ਥੋੜਾ ਪੂਰੇ 4 ਮਿੰਟ ਸ਼ੁਰੂ ਕਰੋ ਜੀ। ਇੱਕ ਚੀਜ਼ ਨੰਬਰ 1 ਗੱਲ ਕਹਿ ਰਹੇ ਨੇ ਕਿ ਇਹ ਜਿਹੜਾ ਉਹਨਾਂ ਦੇ ਸਿਰਫ ਪ੍ਰਬੰਧਕਾਂ ਦੇ ਉੱਤੇ ਕੇਸ ਹੁੰਦਾ ਸੀ, ਪ੍ਰਬੰਧਕਾਂ ਦੇ ਉੱਤੇ ਕੇਸ ਹੁੰਦਾ, ਉਹ ਦੋਸ਼ੀ ਨੇ, ਮੈਂ ਮੰਨਦਾ ਹਾਂ ਪ੍ਰਬੰਧਕ ਦੋਸ਼ੀ ਨੇ, ਲੇਕਿਨ ਪ੍ਰਬੰਧਕਾਂ ਦੇ ਨਾਲ ਗੁਰਮੀਤ ਰਾਮ ਰਹੀਮ 100% ਦੋਸ਼ੀ ਹੈ। ਗੁਰਮੀਤ ਰਾਮ ਰਹੀਮ ਦੇ ਕਹਿਣ ਤੇ ਸਾਰੇ ਕਤਲ ਹੋਏ ਨੇ, ਗੁਰਮੀਤ ਰਾਮ ਰਹੀਮ ਨੇ ਬਲਾਤਕਾਰ ਕੀਤੇ ਨੇ, ਗੁਰਮੀਤ ਰਾਮ ਰਹੀਮ ਦੇ ਕਹਿਣ ਤੇ ਸਾਰੇ ਕਾਸਟ੍ਰੇਸ਼ਨ ਹੋਏ ਨੇ, ਗੁਰਮੀਤ ਰਾਮ ਰਹੀਮ ਦਾ ਖੁਦ ਦਾ ਕਾਸਟ੍ਰੇਸ਼ਨ ਨਹੀਂ ਹੋਇਆ,
ਸਾਰੇ ਪ੍ਰਬੰਧਕਾਂ ਦੇ ਵੀ ਕਾਸਟੇਸ਼ਨ ਹੋਏ ਨੇ। ਬੜਾ ਵੱਡਾ ਸਵਾਲ। ਇਹ ਰਿਐਲਿਟੀ ਆ। ਜਿਹੜੇ ਤੁਸੀਂ ਨਾਮ ਲੈਂਦੇ ਹੋ ਇੱਕ ਡਾਕਟਰ ਦਾ, ਮੈਂ ਉਹ ਨਾਮ ਨਹੀਂ ਲਵਾਂਗਾ ਕਿਉਂਕਿ ਕੋਰਟ 'ਚ ਲਿਖ ਕੇ ਦਿੱਤਾ ਕਿ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ। ਉਹ ਡਾਕਟਰ ਦਾ ਵੀ ਆਪਰੇਸ਼ਨ ਹੋਇਆ ਆ। ਵਾਓ। ਜਿਹੜਾ ਥੋੜੀ ਦੇਰ ਪਹਿਲੇ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਉਹ ਡਾਕਟਰ ਇਨਵੋਲਵ ਆ, ਡਾਕਟਰ ਐਵੇਂ ਆ, ਉਹ ਡਾਕਟਰ ਦਾ ਵੀ ਆਪਰੇਸ਼ਨ ਹੋਇਆ ਆ। ਵਾਓ। ਉਹੀ ਚੀਜ਼ ਆ ਜਿਹੜੇ ਦਿਮਾਗ ਤੋਂ ਵਾਰ-ਵਾਰ ਕਰਕੇ ਰੱਬ ਦੇ ਨਾਂ ਹੇਠ ਕਿਸੇ ਨੂੰ ਠੱਗਿਆ ਜਾਂਦਾ ਆ, ਕਿਸੇ ਨੂੰ ਇਸ ਤਰੀਕੇ ਦਾ ਆਪਾਹਿਜ ਬਣਾਇਆ ਜਾਂਦਾ ਔਰ ਉਦੋਂ ਬਾਅਦ ਸਰੀਰ ਨੂੰ ਕੱਟ ਕੇ ਉਹਨੂੰ ਸਦਾ ਲਈ ਨਪੁੰਸਕ ਬਣਾਇਆ ਜਾਂਦਾ। ਇਹ ਦਰਦ ਰਿਐਲਿਟੀ ਆ, ਇਹਦੇ 'ਚ ਕੋਈ ਝੂਠ ਨਹੀਂ ਹੈਗਾ। ਓਕੇ। ਦੂਜੀ ਚੀਜ਼ ਇਹ ਆ, ਇਹਨਾਂ ਦੋਨਾਂ ਭੈਣ ਭਰਾ ਬੈਠੇ ਆ, ਮੈਂ ਇੱਕ ਚੀਜ਼ ਕਹਿਣਾ ਕਿ ਸਿਮਰਨ ਵਿੱਚ ਤਾਕਤ ਹੈ ਜਾਂ ਨਹੀਂ ਹੈ? ਤੁਸੀਂ ਮੰਨਦੇ ਹੋ ਕਿ ਸਿਮਰਨ 'ਚ ਤਾਕਤ ਹੈ? ਵੀਰਪਾਲ ਜੀ। ਹਾਂਜੀ, ਸਿਮਰਨ 'ਚ ਤਾਕਤ ਹੈ, ਕਿਉਂ ਨਹੀਂ? ਉਹ ਤਾਂ ਗੱਲ ਕਰਨ ਵਾਲੀ ਸ਼ਰਧਾ, ਕਰਨ ਵਾਲੀ ਸ਼ਰਧਾ ਤੇ ਡਿਪੈਂਡ ਹੈ ਜੀ। ਇਹ ਨਹੀਂ ਠੀਕ ਹੈ। ਗੁਰਮੀਤ ਰਾਮ ਰਹੀਮ 25 ਅਗਸਤ ਨੂੰ ਜਦੋਂ 2017 ਨੂੰ ਇਹ ਤਰੀਕ ਆਈ ਕਿ ਅੱਜ ਫੈਸਲਾ ਆਉਣਾ, ਕਿਹੜਾ ਬੰਦਾ ਆ ਜਿਹਨੇ ਸਿਮਰਨ ਨਹੀਂ ਕੀਤਾ? ਸ਼ਰਧਾਲੂ ਕਿਹੜਾ ਆ ਜਿਹਨੇ ਸਿਮਰਨ ਨਹੀਂ ਕੀਤਾ? ਸਾਰਿਆਂ ਨੇ ਸਿਮਰਨ ਕੀਤਾ ਔਰ ਉਦੋਂ ਬਾਅਦ ਉਹਨੂੰ ਸਜ਼ਾ ਹੋਈ ਆ। ਇਹ ਆ ਸਿਮਰਨ ਦੀ ਅਸਲ ਤਾਕਤ ਕਿ ਇੱਕ ਬਲਾਤਕਾਰੀ ਨੂੰ ਸਜ਼ਾ ਮਿਲੀ ਆ। ਓਕੇ। ਨਹੀਂ, ਪਹਿਲਾਂ ਪੀਰ ਫਕੀਰ ਉਹਨਾਂ ਨੂੰ ਕੋਈ ਨਹੀਂ ਸਜ਼ਾ ਮਿਲੀ ਜੀ। ਉਹਨਾਂ ਨੂੰ ਜਦੋਂ ਸਜ਼ਾਵਾਂ ਮਿਲੀਆਂ ਕਿ ਉਹਨਾਂ ਨੇ ਪਾਕਿਸਤਾਨ ਸਿਮਰਨ ਨਹੀਂ ਕੀਤਾ ਜੀ। ਨਹੀਂ ਵੀਰਪਾਲ ਜੀ ਰੁਕੋ, ਉਹਨਾਂ ਨੂੰ ਗੱਲ ਕਰ ਲੈਣ ਦਿਓ, ਤੁਹਾਡੀ ਵਾਰੀ ਆਏਗੀ, ਤੁਹਾਨੂੰ ਟਾਈਮ ਦੇਵਾਂਗੇ। ਹਾਂਜੀ। ਜੇ ਕਿਤੇ ਸਿਮਰਨ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਬਰੀ ਕੀਤਾ ਜਾਂਦਾ, ਫਿਰ ਇਹ ਗੱਲ ਕੀਤੀ ਵੀ ਸਿਮਰਨ 'ਚ ਤਾਕਤ ਸੀ, ਇਸ ਕਰਕੇ ਸੱਚੇ ਨੂੰ ਮਿਲ ਗਿਆ ਨਿਆਂ। ਸੱਚੀਆਂ ਕੁੜੀਆਂ ਨੇ। ਇਹ ਭੈਣ ਕਹਿੰਦੀ ਆ ਕਿ ਉਹ ਕਰੋੜਾਪਤੀ ਕਿੱਦਾਂ ਹੋ ਗਏ? ਉਹ ਜਮਾਂਦਰੂ ਕਰੋੜਾਪਤੀ ਇੱਕ ਭੈਣ, ਤੁਸੀਂ ਜਾ ਕੇ ਕਿਤੇ ਪਤਾ ਕਰੋ, ਉਹ ਜਮਾਂਦਰੂ ਕਰੋੜਾਪਤੀ ਨੇ। ਇੱਕ ਭੈਣ ਕਰੋੜਾਪਤੀ ਨਹੀਂ, ਪਰ ਉਹਦੀ ਕਰੋੜਾਂ ਦੀ ਕੋਠੀ ਸੀ। ਤੁਸੀਂ ਪਤਾ ਕਰੋ ਕਿ ਕੋਠੀ ਅੱਜ ਵੀ ਉਹਦੇ ਮਾਪਿਆਂ ਕੋਲੇ ਆ। ਉਹਨਾਂ ਛੱਡ ਛਡਾ ਕੇ ਕੁਝ ਕੱਪੜੇ ਲੈ ਕੇ ਘਰੋਂ ਨਿਕਲੇ ਸੀ। ਅੱਜ ਵੀ ਉਹ ਕੁਝ ਮਿਹਨਤ ਕਰਕੇ ਕਿਸੇ ਆਫਿਸ ਵਿੱਚ ਕੰਮ ਕਰਕੇ ਆਪਣਾ ਗੁਜ਼ਰ ਬਸਰ ਕਰ ਰਹੇ ਆ। ਇਹ ਰਿਐਲਿਟੀ ਆ। ਤੁਸੀਂ ਉੱਥੇ ਬਹਿ ਕੇ ਇਹ ਗੱਲ ਕਹਿੰਦੇ ਹੋ ਕਿ ਗੁਰਦਾਸ ਨੂੰ ਲੱਖਾਂ ਡਾਲਰ ਮਿਲ ਗਏ ਜੀ, ਪੈਸੇ ਮਿਲ ਗਏ ਤਾਂ ਬੋਲਦੇ ਆ, ਇਹ ਤਾਂ ਜੀ ਫਲਾਣੇ ਨੂੰ ਪੈਸੇ ਮਿਲ ਗਏ। ਇਹ ਵੀ ਬਿਲਕੁਲ ਸੱਚ ਹੈ। ਤੁਹਾਡੇ ਘਰੇ ਤਾਂ ਤੁਹਾਡੇ ਰੋਟੀ ਦਾ ਵੀ ਮਤਲਬ ਕਿ ਅਸੀਂ ਉਹ ਟਾਈਮ ਸਾਨੂੰ ਸਾਰਾ ਤੁਹਾਡੇ ਗੁਆਂਢੀਆਂ ਨੇ ਦੱਸਿਆ ਕਿ ਜਦੋਂ ਤੁਹਾਡੀ ਭਾਬੀ ਮਰੀ ਹੈ, ਤੁਸੀਂ ਭਾਬੀ ਮਾਰੀ ਕਿਵੇਂ ਆ? ਦੱਸੋ ਨਾ, ਤੁਹਾਡੀ ਭਾਬੀ ਨੂੰ ਮਾਰਿਆ ਕਿਵੇਂ ਹੈ? ਤੁਸੀਂ ਇਹ ਕਹਿੰਦਾ ਕਿ ਗੈਸ ਸਿਲੰਡਰ ਫਟ ਗਿਆ, ਗੈਸ ਸਿਲੰਡਰ ਫਟ ਗਿਆ। ਇੱਕ ਮਿੰਟ ਗੱਲ ਸੁਣੋ ਜੀ ਵੀਰਪਾਲ ਜੀ, ਤੁਸੀਂ ਪਲੀਜ਼ ਇੱਕ ਮਿੰਟ ਗੱਲ ਸੁਣੋ ਜੀ। ਅਸੀਂ ਜਿਹੜੀ ਅੱਜ ਡਿਬੇਟ ਕਰ ਰਹੇ ਹਾਂ ਜੀ, ਉਹ ਸਿਰਫ ਡੇਰੇ ਨੂੰ ਲੈ ਕੇ ਆ। ਇਹਦੇ ਵਿੱਚ ਤੁਸੀਂ ਪਲੀਜ਼ ਇਹਨਾਂ ਦਾ ਆਪਦਾ ਘਰ ਵੀ ਦੱਸਣਾ ਜੀ, ਵੀਰਪਾਲ ਜੀ ਨਹੀਂ ਜੀ, ਆਪਦਾ ਘਰ ਇਹਨਾਂ ਦੇ ਕੀ ਕੁਛ ਕੀਤਾ ਇਹਨਾਂ ਨੇ? ਲੜਕੀ ਉਹ ਵੀ ਤਾਂ ਕਿਸੇ ਦੀ ਲੜਕੀ ਹੈ। ਉਹ ਲੜਕੀਆਂ ਨੂੰ ਦਵਾਉਣ ਦੀ ਗੱਲ ਕਰਦੀ ਹੈ। ਤੁਸੀਂ ਪਹਿਲਾਂ ਹੀ ਕਿਹਾ ਸੀ। ਵੀਰਪਾਲ ਜੀ ਤੁਸੀਂ ਕਿਸੇ ਦੀ ਗੱਲ ਸੁਣੋ ਜੀ। ਤੁਸੀਂ ਪਲੀਜ਼ ਪਰਸਨਲ ਅਟੈਕ ਨਾ ਕਿਸੇ ਤੇ ਕਰੋ। ਕਿਸੇ ਦੇ ਘਰ 'ਚ ਕਿਸੇ ਦੀ ਭਰਜਾਈ, ਮਾਂ, ਧੀ, ਭੈਣ ਨੂੰ ਕੀ ਹੋਇਆ, ਅਸੀਂ ਇਹ ਡਿਸਕਸ ਕਰਨ ਲਈ ਨਹੀਂ ਬੈਠੇ। ਅਸੀਂ ਅੱਜ ਇਸ ਗੱਲ ਬਾਰੇ ਨਹੀਂ ਵੀਰਪਾਲ ਜੀ, ਨਹੀਂ ਜੀ, ਨਹੀਂ ਜੀ, ਮਾਫੀ ਚਾਹੁੰਦੇ ਆ ਜੀ, ਤੁਸੀਂ ਪਰਸਨਲ ਅਟੈਕ ਨਾ ਕਰੋ। ਬੋਲੋ ਉਸ ਤੋਂ ਬਾਅਦ ਮੈਨੂੰ ਟਾਈਮ ਦੇ ਦਿਆ ਜੀ। ਬੋਲੋ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਦੇਖੋ ਜੀ, ਇਹ ਕਹਿ ਦਿੰਦੇ ਮੈਂ ਤਾਂ ਇਹ ਡੇਰਾ ਛੱਡਿਆ ਹੀ ਹੈ। ਜਿਹੜਾ ਅਸਲ ਕਾਰਨ ਇਹ ਵੀ ਰਿਹਾ, ਜਦੋਂ ਇਹਨਾਂ ਨੇ ਸਾਲ ਹੋਇਆ ਸੀ, ਜਿਹਦੀ ਛੋਟੀ ਭਰਜਾਈ ਨੇ, ਇਹਨਾਂ ਦੀ ਮਾਤਾ ਨੇ ਬਹੁਤ ਜ਼ਿਆਦਾ, ਸਾਰੇ ਪਰਿਵਾਰ ਨੇ ਉਹਨੂੰ ਇੰਨਾ ਤੰਗ ਕੀਤਾ ਕੁੜੀ ਨੂੰ। ਬਾਅਦ ਦੇ ਵਿੱਚ ਉਹ ਕੁੜੀ ਮਾਰੀ ਗਈ। ਠੀਕ ਹੈ ਜੀ, ਇਹਨਾਂ ਨੇ ਆ ਕੁੜੀ ਮਾਰੀ, ਫਿਰ ਇਹ ਭੱਜ ਕੇ ਡੇਰੇ ਗਏ, ਸਾਰਾ ਪਰਿਵਾਰ ਭੱਜ ਕੇ ਡੇਰੇ ਗਿਆ। ਗੁਰੂ ਜੀ ਨੇ ਮਨਾ ਕਰਤਾ ਵੀ ਦੇਖੋ, ਇੱਕ ਤੁਸੀਂ ਬੇਟੀ ਮਾਰਤੀ, ਇਹ ਬਹੁਤ ਵੱਡਾ ਅਪਰਾਧ ਕੀਤਾ, ਅਸੀਂ ਤੁਹਾਡੀ ਕੋਈ ਹੈਲਪ ਨਹੀਂ ਕਰ ਸਕਦੇ। ਬਾਅਦ ਚ ਮੈਨੇਜਮੈਂਟ ਕਮੇਟੀ ਕੋਲੇ ਗਏ। ਮੈਨੇਜਮੈਂਟ ਕਮੇਟੀ ਤਾਂ ਚਾਹੁੰਦੀ ਸੀ ਵੀ ਇਹਨਾਂ ਦੀ ਮਤਲਬ ਹੈਲਪ ਨਾ ਕੀਤੀ ਜਾਵੇ, ਇਹ ਆਟੋਮੈਟਿਕਲੀ ਬਾਹਰ ਨਿਕਲ ਜਾਂਦੀ। ਤਾਂ ਕੀ ਉਸ ਲੜਕੀ ਨੂੰ ਇਸ ਨੇ ਇਨਸਾਫ ਦਵਾਇਆ? ਕੀ ਇੱਕ ਲੜਕੀ ਇਸ ਤਰ੍ਹਾਂ ਘਰੇ ਮਰਨੀ ਤੇ ਉਸ ਤੋਂ ਬਾਅਦ ਦਾੜੇ ਖੁੱਲੇ ਛੱਡ ਕੇ ਅਸੀਂ ਸਟੇਜਾਂ ਤੇ ਬੈਠਦੇ ਆ ਜਾਂ ਟੀਵੀ ਚੈਨਲਾਂ ਤੇ ਬੈਠਦੇ ਆ, ਇਹ ਉਹ ਬੇਟੀ ਨਹੀਂ ਹੈ? ਤੁਹਾਡੀ ਗੱਲ ਹੋ ਗਈ ਜੀ ਵੀਰਪਾਲ ਜੀ, ਤੁਹਾਡੀ ਗੱਲ ਹੋ ਗਈ। ਹੁਣ ਵਿੱਚ ਇੰਟਰਪਟ ਨਹੀਂ ਕਰਨਾ, ਮੇਰੀ ਬੇਨਤੀ ਹੈ, ਬੋਲਿਓ ਨਾ ਪਲੀਜ਼। ਬੋਲਣਾ ਨਹੀਂ ਤੁਸੀਂ, ਹੁਣ ਬੋਲਣਾ ਨਹੀਂ ਜੀ, ਬਸ ਤੁਹਾਡੀ ਗੱਲ ਹੋ ਗਈ, ਤੁਹਾਡਾ ਟਾਈਮ ਫਿਨਿਸ਼। ਗੁਰਦਾਸ ਸਿੰਘ ਜੀ,
ਜਿਹੜੀ ਗੱਲ ਵੀਰਪਾਲ ਉਹਨਾਂ ਨੇ ਦੋਸ਼ ਲਾਇਆ, ਤੁਹਾਡੇ ਤੇ ਕੀ ਕਹਿਣਾ ਚਾਹੋਗੇ ਜੀ? ਜਦੋਂ ਦੀ ਇਹ ਗੱਲ ਕਰਦੇ ਆ ਉਸ ਟਾਈਮ ਮੈਂ ਡੇਰੇ 'ਚ ਸਾਧੂ ਸੀ। ਮੇਰੇ ਭਰਾ ਦੀ ਘਰਵਾਲੀ ਆਪਣੀ ਉਹਦੀ ਜਾਣ ਗਈ ਸੀ, ਘਰੇ ਸਾਡੇ ਗਈ ਸੀ। ਉਹਦੇ ਮਾਪਿਆਂ ਨੇ ਸਾਡੇ ਘਰੇ ਆ ਕੇ ਸੰਸਕਾਰ ਕੀਤਾ। ਕਿਸੇ ਤਰੀਕੇ ਦਾ ਕੋਈ ਸਾਡਾ ਕਸੂਰ ਨਹੀਂ ਕੱਢਿਆ, ਕਿਉਂਕਿ ਉਸ ਲੜਕੀ ਇੱਕ ਲੈਟਰ ਲਿਖ ਕੇ ਗਈ ਜਿਹਦੇ ਵਿੱਚ ਇੱਕ ਗੱਲ ਲਿਖੀ ਕਿ ਮੈਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ, ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਦੀ ਹਾਂ। ਔਰ ਉਹਦੇ ਪਿੱਛੇ ਵੀ ਇੱਕ ਇਹੋ ਜਿਹਾ ਬਾਬਾ ਸੀ ਜਿਹੜਾ ਕਿ ਪੇਕਿਆਂ ਨੇ ਉਹਨੂੰ ਲੈ ਕੇ ਗਈ ਸੀ, ਪੇਕਿਆਂ ਦੀ ਉਹਦੀ ਮਾਂ ਖੁਦ ਲੈ ਕੇ ਗਈ ਸੀ ਉਹਦੇ ਬਾਬੇ ਕੋਲੇ, ਤਾਂ ਕਿ ਜਿਹੜੀ ਉਹਨੂੰ ਬੱਚਾ ਹੋ ਸਕੇ। ਉਸ ਬਾਬੇ ਨੇ ਕੁਝ ਉਹਨੂੰ ਇਹੋ ਜਿਹਾ ਕਿਹਾ, ਉਹਨੇ ਘਰੇ ਆ ਕੇ ਸੁਸਾਈਡ ਕਰ ਲਈ। ਉਸ ਬਾਬੇ ਦੇ ਖਿਲਾਫ ਉਹਨਾਂ ਨੇ ਖੁਦ ਪੇਕਿਆਂ ਨੇ ਜਦੋਂ ਗੱਲ ਚੱਲ ਰਹੀ ਹੈ ਕਿਰਪਾ ਕਰਕੇ ਤੁਸੀਂ ਨਾ ਬੋਲੋ, ਮੇਰੀ ਬੇਨਤੀ ਹੈ। ਇੱਕ ਮਿੰਟ, ਕਿਸੇ ਤਰੀਕੇ ਦਾ ਕੁਝ ਨਹੀਂ ਹੋਇਆ। ਸਾਡੇ ਘਰੇ ਸੰਸਕਾਰ ਹੋਇਆ, ਮਾਪੇ ਆਏ, ਜਿਹਦੀ ਧੀ ਪੂਰੀ ਹੋ ਜੇ ਔਰ ਇਸ ਤਰੀਕੇ ਨਾਲ ਪੂਰੀ ਹੋਵੇ, ਔਰ ਮਾਪੇ ਆ ਕੇ ਸਾਡੇ ਘਰੇ ਆ ਕੇ ਸੰਸਕਾਰ ਕਰਨ, ਇਹਦਾ ਮਤਲਬ ਇਹ ਹੁੰਦਾ ਕਿ ਅਸੀਂ ਕੋਈ ਧੱਕਾ ਨਹੀਂ ਕੀਤਾ। ਲੇਕਿਨ ਫਿਰ ਵੀ ਮੈਂ ਉਸ ਟਾਈਮ ਮੈਂ ਘਰੇ ਨਹੀਂ ਸੀ। ਗੁਰਦਾਸ ਸਿੰਘ ਜੀ ਤਕਰੀਬਨ 7 ਮਹੀਨਿਆਂ ਬਾਅਦ ਆਇਆ। ਹਾਂਜੀ, 10 ਮਹੀਨਿਆਂ ਬਾਅਦ ਆਇਆ। ਅੱਜ ਮੇਰਾ ਕਹਿਣ ਦਾ ਮਤਲਬ ਇੱਥੇ ਆ, ਅੱਜ ਇਹਨਾਂ ਤੇ ਵੀ ਇਲਜ਼ਾਮ ਇਹੀ ਲੱਗ ਰਹੇ ਆ, ਜਿਹੜੇ ਦੋਵੇਂ ਬੈਠੇ ਆ, ਅੱਜ ਇਹਨਾਂ ਤੇ ਵੀ ਇਲਜ਼ਾਮ ਇਹੀ ਲੱਗ ਰਹੇ ਆ ਕਿ ਪੈਸੇ ਲੈ ਕੇ ਬੋਲਦੇ ਆ। ਓਕੇ, ਕਰਦੇ ਹੋ ਤੁਸੀਂ? ਅਸੀਂ ਤਾਂ ਪ੍ਰਦੇਸ਼ਾਂ ਦੀ ਸਾਫ ਨਹੀਂ ਕਰਦੇ। ਤੁਹਾਡੇ ਘਰੇ ਕੁਛ ਨਹੀਂ ਸੀ, ਰੋਟੀ ਤੁਹਾਡੇ ਮਤਲਬ ਜਦੋਂ ਉਹਨਾਂ ਨੇ ਕੇਸ ਪਾਤਾ ਇੰਨੀ ਜ਼ਿਆਦਾ ਕੀਤੀ ਇਹਨਾਂ ਦੇ ਘਰੇ ਵੀਰਪਾਲ ਭੈਣ ਜੀ, ਮੈਨੂੰ ਇੰਨਾ ਪਤਾ ਹੈ। ਇੱਕ ਮਿੰਟ ਦੇਸ਼ਾਂ ਦੀ ਸਾਰ ਇੱਕ ਮਿੰਟ ਗੁਰਦਾਸ ਸਿੰਘ ਰੁਕੋ ਜੀ, ਗੁਰਦਾਸ ਸਿੰਘ ਰੁਕੋ ਪਲੀਜ਼। ਨਹੀਂ, ਇੱਕ ਮਿੰਟ ਮੈਂ ਦੱਸਦਾ, ਪਲੀਜ਼ ਰੁਕੋ ਜੀ, ਪਲੀਜ਼। ਵੀਰਪਾਲ ਜੀ, ਹਾਂਜੀ, ਇਹਨਾਂ ਦੇ ਪਿਤਾ ਜੀ ਪੁਲਿਸ ਦੇ ਵਿੱਚ ਅਫੀਸਰ ਸਨ, ਤੁਹਾਨੂੰ ਪਤਾ ਇਸ ਗੱਲ ਦਾ? ਐਸਆਈ ਸੀ, ਸਾਨੂੰ ਪਤਾ, ਥਾਣੇਦਾਰ ਸੀ। ਮੈਨੂੰ ਇੰਨਾ ਕਿ ਦੱਸੋ, ਕੇਸ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਖਰਾਬ ਮੇਰੀ ਗੱਲ ਦਾ ਜਵਾਬ ਦਿਓ ਜੀ। ਕੀ ਗੁਰਦਾਸ ਸਿੰਘ ਤੂਰ ਦੇ ਪਿਤਾ ਜੀ ਪੁਲਿਸ ਦੇ ਵਿੱਚ ਥਾਣੇਦਾਰ ਸੀ? ਹਾਂਜੀ ਹਾਂਜੀ। ਥਾਣੇਦਾਰ ਦੀ ਕਿੰਨੀ ਇਨਕਮ ਹੁੰਦੀ ਹੈ ਤੁਹਾਨੂੰ ਪਤਾ? ਰੋਟੀ ਖਾਣ ਜੋਗੇ ਨਹੀਂ ਹੁੰਦੇ। ਆਪਾਂ ਇਸ ਤਰ੍ਹਾਂ ਬਲੇਮ ਨਹੀਂ ਲਾ ਸਕਦੇ ਜੀ, ਪਰ ਇਹਦੀ ਮੈਂ ਕਰੋੜਪਤੀ ਬਣਨਾ, ਇਹਦੇ ਫਾਦਰ ਇਸੇ ਵਿੱਚ ਹੀ ਗਏ ਆ। ਕਿਰਪਾ ਕਰਕੇ ਇਸ ਕੰਮ ਨੂੰ ਖਤਮ ਕਰੋ, ਇਸੇ ਸੱਚ ਵਿੱਚ ਹੀ ਗਏ ਆ। ਖਤਮ ਕਰੋ। ਭੈਣ ਮੇਰੀ ਕਰੋੜਪਤੀ ਨਹੀਂ ਹੁੰਦਾ, ਪਰ ਇੱਕ ਥਾਣੇਦਾਰ ਕਰੋੜਪਤੀ ਨਹੀਂ ਹੁੰਦਾ। ਗੁਰਦਾਸ ਸਿੰਘ ਤੂਰ ਗੱਲ ਕਰਦਾ ਜੀ, 2 ਮਿੰਟ ਚ ਕਰ ਦੂੰਗਾ, ਸਿਰਫ 1 ਮਿੰਟ ਦੇ ਦਿਓ, ਸਿਰਫ ਇੱਕ। ਜਿਹੜੀ ਇਹ ਕਹਿ ਰਹੇ ਨੇ ਕਿ ਰੋਟੀ ਖਾਣ ਜੋਗੀ, ਮੇਰੇ ਕੋਲ 14 ਕਿੱਲੇ ਪੈਲੀ ਸੀ, ਬਹੁਤ ਚਿਰ ਦੀ, ਅੱਜ ਵੀ ਹੈਗੀ ਆ, ਸ਼ਹਿਰੀ ਪ੍ਰਾਪਰਟੀ ਆ। ਜਿਹੜੇ ਕਹਿੰਦੇ ਰੋਟੀ ਨਹੀਂ, ਸਾਡੀਆਂ ਦੁਕਾਨਾਂ, ਆਰਾਮਸ਼ੀਨ ਅੱਜ ਵੀ ਕਿਰਾਏ ਤੇ ਚੜੀਆਂ ਹੋਈਆਂ ਨੇ। ਅਗਲੀ ਗੱਲ, ਤੁਸੀਂ ਕਹਿੰਦੇ ਹੋ ਕਿ ਸਾਡੇ ਤੇ ਕੇਸ, ਜੇਕਰ ਸਾਡੇ ਤੇ ਉਸ ਗੱਲ ਦਾ ਕੋਈ ਕੇਸ ਪਿਆ ਹੋਵੇ, ਸਿਰ ਦੀ ਸ਼ਰਤ ਹੋ ਗਈ ਭੈਣ ਮੇਰੀਏ, ਸਿਰ ਦੀ ਦੇ ਸਾਹਮਣੇ ਦੱਸਿਆ ਪਾਸੇ ਦਰਜ ਹੋਇਆ, ਸਭ ਕੁਝ ਹੋਇਆ। ਹੁਣ ਤੁਸੀਂ ਘੰਟਾ ਤੁਸੀਂ ਜਿਵੇਂ ਮਰਜ਼ੀ ਬੋਲੀ ਜਾਓ। ਇੱਕ ਕਹਿ ਨੇ ਓਪਨ ਚੈਲੰਜ ਕਰ ਰਹੇ ਨੇ ਡਿਬੇਟ ਦੇ ਵਿੱਚ ਕਿ ਮੇਰੇ ਤੇ ਕੋਈ ਦੋਸ਼ ਸਿੱਧ ਹੁੰਦਾ ਹੈ, ਉਹਨਾਂ ਦੇ ਕੇਸ ਰਜਿਸਟਰ ਤੇ ਸਿੱਧ ਦੀ ਸ਼ਰਤ ਲਾ ਰਹੇ ਨੇ। ਗੁਰਦਾਸ ਸਿੰਘ ਤੂਰ ਜੀ, ਸਮਾਜ ਦੀ ਮੇਰੇ ਅਖੀਰ ਦੇ ਵਿੱਚ ਇੱਕ ਮਿੰਟ ਸੁਣਦਾ ਹੋਵੇ, ਹੋ ਸਕਦਾ ਹੈ। ਗੁਰਦਾਸ ਸਿੰਘ ਅਖੀਰ ਦੇ ਵਿੱਚ ਪੂਰੇ 5 ਮਿੰਟ ਤੁਹਾਨੂੰ ਦੇ ਰਿਹਾ, ਪੂਰੇ 5 ਮਿੰਟ ਅਖੀਰ ਦੇ ਵਿੱਚ। ਰਣਜੀਤ ਸਿੰਘ ਦਾ ਕਤਲ ਕਿਵੇਂ ਹੁੰਦਾ ਹੈ? ਹਨੀਪ੍ਰੀਤ ਵਾਕੇ ਬਾਬਾ ਜੀ ਦੀ ਬੇਟੀ ਸੀ, ਕਿਉਂਕਿ ਹਨੀਪ੍ਰੀਤ ਦੇ ਹਸਬੈਂਡ ਨੇ ਮੇਰੇ ਕੋਲ ਪ੍ਰੋਗਰਾਮਾਂ ਦੇ ਵਿੱਚ ਆ ਕੇ ਗੱਲ ਮੰਨੀ ਸੀ ਕਿ ਮੇਰੇ ਵਿਆਹ ਤੋਂ ਬਾਅਦ ਜਦੋਂ ਮੈਂ ਫੇਰਾ ਪਾਣ ਗਿਆ ਤੇ ਮੇਰੇ ਘਰ ਵਾਲੀ ਬਹੁਤ ਸੁਨੱਖੀ ਸੀ ਤੇ ਬਾਬਾ ਜੀ ਦੀ ਉੱਤੇ ਪਹਿਲੇ ਦਿਨ ਤੋਂ ਅੱਖ ਸੀ। ਤੇ ਜਦੋਂ ਮੈਂ ਫੇਰਾ ਪਵਾਉਣ ਗਿਆ ਤੇ ਬਾਬਾ ਜੀ ਕਹਿਣ ਲੱਗੇ ਇਹਨੂੰ ਇੱਥੇ ਹੀ ਰੱਖ ਜਾ, ਮੈਂ ਬੇਟੀ ਬਣਾ ਕੇ ਰੱਖੂੰਗਾ। ਇਹ ਗੱਲ ਉਹਦੇ ਗੁਪਤਾ ਜੀ ਨੇ ਮੇਰੇ ਕੋਲ ਰੇਡੀਓ ਦੇ ਉੱਤੇ ਮੰਨੀ ਸੀ ਕਿ ਮੈਂ ਉਹਨਾਂ ਦਾ ਜਵਾਈ ਹੋਣ ਦੇ ਨਾਤੇ ਗੁਫਾ 'ਚ ਆਣ ਜਾਣ ਦਾ ਮੇਰੇ ਕੋਲ ਸਮਾਂ ਸੀ। ਜਦੋਂ ਡੇਰੇ ਦੇ ਵਿੱਚ ਉਹ ਜਾਂਦਾ ਹੈ ਤੇ ਅੱਗੇ ਗੁਰਮੀਤ ਰਾਮ ਰਹੀਮ ਉਹਦੇ ਨਾਲ ਕੁਕਰਮ ਕਰ ਰਿਹਾ ਸੀ ਤੇ ਉਹਨੂੰ ਦੇਖ ਕੇ ਧਮਕੀ ਦਿੱਤੀ। ਬਾਅਦ ਦੇ ਵਿੱਚ ਉੱਤੇ ਕੇਸ ਪਾ ਕੇ ਜੇਲ੍ਹ 'ਚ ਉਹਨੂੰ ਅੰਦਰ ਕਰਵਾਇਆ। ਹਨੀਪ੍ਰੀਤ ਦੀ ਗੱਲ, ਰਣਜੀਤ ਸਿੰਘ ਦੇ ਕਤਲ ਦੀ ਗੱਲ, ਦਾਤਾਂ ਦੀ ਗੱਲ, ਪੂਰੇ 5 ਮਿੰਟਾਂ 'ਚ ਤੁਸੀਂ ਸਮ ਅਪ ਕਰਿਓ ਤੇ 5-5 ਮਿੰਟ ਫਿਰ ਇਹਨਾਂ ਨੂੰ ਦਿਆਂਗਾ ਜੀ। ਗੁਰਦਾਸ ਸਿੰਘ ਤੂਰ ਪਹਿਲੇ ਨੰਬਰ ਤੇ ਗੱਲਬਾਤ ਕਰਨਗੇ ਜੀ। ਹਾਂਜੀ, ਜਿਹੜਾ ਰਣਜੀਤ ਸਿੰਘ ਹੈਗਾ ਆ, ਰਣਜੀਤ ਸਿੰਘ ਦਾ ਜਿਹੜਾ ਕਤਲ ਹੁੰਦਾ ਆ ਔਰ ਉਹਦੇ ਵਿੱਚ ਜਿਹੜੇ ਦੋਸ਼ੀ ਨੇ
ਉਹ ਤੋਂ ਫਰਾਰ ਹੋ ਜਾਂਦੇ ਆ। ਬਾਅਦ ਸੀਬੀਆਈ ਜਾਂਚ ਇਨਵੈਸਟੀਗੇਸ਼ਨ ਵਿੱਚ ਜਾ ਕੇ ਪਤਾ ਲੱਗਦਾ ਆ ਕਿ ਫਲਾਣੇ ਬੰਦਿਆਂ ਨੇ ਕਤਲ ਕੀਤਾ ਆ, ਔਰ ਉਹਦੇ ਜਿਹੜੇ ਦੋਸ਼ੀ ਨੇ ਉਹ ਗੁਰਮੀਤ ਰਾਮ ਰਹੀਮ ਦਾ ਇੱਕ ਗਨਮੈਨ ਆ, ਇੱਕ ਉਹਦੇ ਖਾਸ ਭਗਤ ਦਾ ਮੁੰਡਾ ਆ, ਇੱਕ ਡੇਰੇ ਦੇ ਜਿਹੜੇ ਮੇਨ ਸੀਗੇ ਬੰਦੇ, ਜਿਹੜੇ ਅੱਜ ਇਹ ਭੈਣ ਭਰਾ ਕੋਸ਼ਿਸ਼ ਕਰ ਰਹੇ ਆ ਕਿ ਗੁਰਮੀਤ ਰਾਮ ਰਹੀਮ ਦਾ ਕੋਈ ਕਸੂਰ ਨਹੀਂ, ਇਹ ਪ੍ਰਬੰਧਕ ਮੈਨੇਜਮੈਂਟ ਦਾ ਕਸੂਰ ਆ। ਇਹ ਉਸ ਟਾਈਮ ਵੀ ਇਹੀ ਚੀਜ਼ ਚਲਾਈ, ਔਰ ਉਸ ਟਾਈਮ ਦੀ ਜਿਹੜੀ ਪ੍ਰਬੰਧਕ ਕਮੇਟੀ ਦਾ ਮੇਨ ਇੰਚਾਰਜ ਸੀ ਅਵਤਾਰ ਸਿੰਘ, ਇੰਦਰ ਸੈਨ, ਇਹ ਮੇਨ ਸੀਗੇ। ਉਹਨਾਂ ਨੂੰ ਉਸ ਟਾਈਮ ਉਤਾਰ ਕੇ ਉਹਨਾਂ ਤੇ ਕੇਸ ਪਾ ਕੇ ਉਹਨਾਂ ਨੂੰ ਅੰਦਰ ਕਰਵਾਇਆ ਗਿਆ ਗੁਰਮੀਤ ਰਾਮ ਰਹੀਮ ਨੇ, ਕਿਉਂਕਿ ਇਹ ਗੁਫਾ 'ਚ ਗੱਲ ਹੋਈ ਆ। ਮੈਨੂੰ ਖੁਦ ਉਹਨਾਂ ਬੰਦਿਆਂ ਨੇ ਦੱਸਿਆ ਸੀ ਕਿ ਸਾਨੂੰ ਇਹ ਕੁਰਬਾਨੀ ਮੰਗੀ ਸੀ ਕਿ ਸਾਨੂੰ ਇਹ ਕੁਰਬਾਨੀ ਚਾਹੀਦੀ ਹੈ, ਕੀ ਤੁਸੀਂ ਸਾਥ ਦਿਓਗੇ? ਸੋ ਉਹਨਾਂ ਨੇ ਕੁਰਬਾਨੀ ਦਿੱਤੀ ਔਰ ਆਪਣੇ ਸਿਰ ਤੇ ਕੇਸ ਲਿੱਤਾ। ਔਰ ਉਸ ਟਾਈਮ ਦਾ ਕਿਉਂਕਿ ਉਹਦੇ 'ਚ ਗੁੰਮਨਾਮ ਚਿੱਠੀ ਚੋਰ ਸਾਰੇ 'ਚ ਆਉਂਦਾ ਡੇਰਾ ਮੁਖੀ, ਸੋ ਮੁਖੀ ਦਾ ਮਤਲਬ ਪ੍ਰਬੰਧਕ ਉਹ ਅਵਤਾਰ ਸਿੰਘ ਤੇ ਉਹ ਸੀਗੇ, ਉਹਨਾਂ ਦੀ ਬਲੀ ਇਸ ਤਰੀਕੇ ਨਾਲ ਦਿੱਤੀ ਗਈ, ਉਹਨਾਂ ਤੇ ਝੂਠੇ ਕੇਸ ਪਾਏ ਗਏ। ਅਗਲਾ ਕੇਸ ਹਨੀਪ੍ਰੀਤ ਦਾ, ਅਗਲੀ ਗੱਲ ਆ ਜਾਂਦੀ ਉਹ ਜਿਹੜੀ ਜੋ ਵੀ ਕਾਰਵਾਈ ਹੈ ਕੋਰਟ ਦੀ ਕਾਰਵਾਈ ਹੈ, ਉਹ ਉਹਨਾਂ ਦਾ ਕੰਮ ਆ, ਸੋ ਉਹਦੇ ਉੱਤੇ ਮੈਂ ਜ਼ਿਆਦਾ ਨਹੀਂ ਕਰਦਾ। ਹਨੀਪ੍ਰੀਤ ਦਾ ਜਿਹੜਾ ਕਈ ਵਾਰੀ ਆਪਾਂ ਜ਼ਿਕਰ ਕਰ ਚੁੱਕੇ ਹਾਂ ਕਿ ਹਨੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਆਪਸ ਵਿੱਚ ਨਗਨ ਅਵਸਥਾ 'ਚ ਗਲਤ ਕੰਮ ਕਰਦੇ ਪਕੜੇ ਗਏ। ਇਹ ਗੱਲ ਉਹਦਾ ਜਿਹੜਾ ਘਰ ਵਾਲਾ ਖੁਦ ਟੀਵੀ ਦੇ ਉੱਤੇ ਆ ਕੇ ਬੋਲਿਆ, ਇਹਦੇ ਉੱਤੇ ਜਾ ਕੇ ਕੀ ਹੋ ਸਕਦਾ ਹੈ। ਔਰ ਉਹਦੇ ਉੱਤੇ ਬਹੁਤ ਜ਼ਿਆਦਾ ਕੇਸ ਬਣੇ। ਕੇਸ ਉਦੋਂ ਹਟੇ ਜਦੋਂ ਉਹਨੇ ਡੇਰੇ 'ਚ ਜਾ ਕੇ ਮਾਫੀ ਮੰਗੀ, ਫਿਰ ਉਸ ਤੋਂ ਬਾਅਦ ਸਾਰੇ ਕੇਸ ਹਟਾਏ। ਅਦਰਵਾਈਜ਼ ਉਹਨਾਂ ਦਾ ਜ਼ਿੰਦਗੀ ਜੀਣ ਤੋਂ ਦੁਰਬਲ ਹੋ ਚੁੱਕੀ ਸੀ। ਔਰ ਉਹੀ ਬੰਦੇ ਨੇ ਬਾਹਰ ਨਿਕਲ ਕੇ ਦੁਆਰਾ ਮੈਰਿਜ ਕਰਾਈ, ਅੱਜ ਕੋਲ ਬੱਚੀ ਆ, ਅੱਜ ਉਹਦੀ ਬੇਟੀ ਆ। ਤੇ ਗੁਰਮੀਤ ਰਾਮ ਸਿੰਘ ਦੇ ਨਾਲ ਦੇ ਕੋਲੇ ਰਹਿ ਕੇ ਵਿਸ਼ਵਾਸ ਗੁਪਤੇ ਦੇ ਕਈ ਸਾਲਾਂ ਤੱਕ ਇੱਕ ਵੀ ਬੱਚਾ ਨਹੀਂ ਹੋਇਆ। ਉਹੀ ਬੰਦਾ ਬਾਹਰ ਮੈਰਿਜ ਕਰਾਉਂਦਾ, ਉਹਦੀ ਬੇਟੀ ਹੋਈ। ਤੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਨੂੰ ਚੰਗੀ ਤਰ੍ਹਾਂ ਪੁੱਛ ਪੜਤਾਲ ਕਰੋਗੇ। ਗੁਰਮੀਤ ਰਾਮ ਰਹੀਮ ਦੀ ਦੇਖ ਰੇਖ ਵਿੱਚ ਇੱਕ ਮੈਗਜ਼ੀਨ ਛਪਦੀ ਸੀ, ਜਿਹੜੀ ਕਿ ਗੁਰਮੀਤ ਰਾਮ ਰਹੀਮ ਖੁਦ ਅਸੀਂ ਲੈ ਕੇ ਜਾਂਦੇ ਸੀ। ਮੈਂ ਪ੍ਰਿੰਟਿੰਗ ਪ੍ਰੈਸ ਸੀ, ਜਦ ਤੱਕ ਉਹਨੂੰ ਵੇਖ ਨਹੀਂ ਸੀ ਲੈਂਦਾ, ਪਾਸ ਨਹੀਂ ਸੀ ਕਰਦਾ ਸੀ, ਛਾਪ ਨਹੀਂ ਸੀ ਸਕਦੇ। ਪਹਿਲੇ ਪ੍ਰੂਫ ਉਹ ਪਾਸ ਕਰਦਾ ਸੀ, ਫਿਰ ਛਾਪਦੇ ਸੀ। ਔਰ ਉਹਨਾਂ ਮੈਗਜ਼ੀਨਾਂ 'ਚ ਵੇਲੇ ਵੇਲੇ ਸਿਰ ਏਦਾਂ ਦੇ ਸ਼ੇਰੋ ਸ਼ਾਇਰੀ ਗੁਰਮੀਤ ਰਾਮ ਰਹੀਮ ਦੀ ਫੋਟੋ ਲਾ ਕੇ ਪਲੱਸ ਥੱਲੇ ਪਾਸੇ ਹਨੀਪ੍ਰੀਤ ਦੀ ਫੋਟੋ ਲਾ ਕੇ ਦਿੱਤੀ ਗਈ ਹੈ, ਤੁਸੀਂ ਆਪ ਦੇਖ ਸਕਦੇ ਹੋ ਜੀ। ਇਹਦੇ ਵਿੱਚ ਗੁਰਦਾਸ ਸਿੰਘ ਜੀ ਸਮਾਂ ਸਮਾਪਤ ਹੈ ਤੁਹਾਡਾ, ਮੈਂ ਮਾਫੀ ਚਾਹਾਂਗਾ ਕਿਉਂਕਿ ਪੂਰੇ 4 ਮਿੰਟ ਰਹਿ ਗਏ ਨੇ। 2 ਮਿੰਟ ਡਾਕਟਰ ਮੋਹਿਤ ਜੀ ਤੇ 2 ਮਿੰਟ ਗੱਲਬਾਤ ਕਰਨਗੇ ਸਤਿਕਾਰਯੋਗ ਵੀਰਪਾਲ ਜੀ। डॉक्टर मोहित जी, लास्ट 2 मिनट, व्हाट इज द मैसेज? जी एक्चुअली में सारी चीजें जो भी हुई, हालांकि मैं जो फैक्ट्स रख रहा हूँ, मैं चाहूंगा कि तूर साहब जो भी फैक्ट्स वो बोल रहे हैं, वो फैक्ट्स अगर उन्होंने कोर्ट में ऑन रिकॉर्ड दिए हैं, वो फैक्ट्स हमें दें जो दे सके। तो दूसरा ये कि ओवरऑल अगर ब्रीफ करना है मुझे, तो मैं एक चीज कहता हूँ कि डेरा में ऐसी बहुत से इंसिडेंट्स हैं कि बहुत से लोगों को परेशान किया गया, और इंक्लूडिंग तूर साहब को भी परेशान किया जैसा मुझे जानकारी मिली। और इनके ऊपर भी एक केस डाला गया, जिसके बाद इन्होंने जितेंद्र गोरा के मिसिंग रिपोर्ट को, और उसमें इनको क्लीन चिट मिली है। तो ये सारी चीजें ऑन रिकॉर्ड हैं, सब कुछ हैं। मैं सिर्फ एक ब्रीफ इतना करता हूँ कि डेरे में ऐसा नहीं है कि किसी को परेशान नहीं किया गया। डेफिनेटिव है, बहुत सारे लोगों को परेशान किया गया, बहुत सारे लोग सस्पिशियस मिसिंग हुए, सस्पिशियस सुसाइड है, सब कुछ है। लेकिन क्या है कि ये सारी चीजें, क्योंकि हम किसी भी जगह रहें, मान लो आपका चैनल है, आपके चैनल का कोई रिपोर्टर मान लो यहाँ पर आके कोई गड़बड़ कर जाए, तो मैं आपको एक्यूज बनाने लगता हूँ सीधा, कि हर चीज में भी चैनल का ऑनर एक्यूज है। इसी तरह ये ओवरऑल एक पूरा सिस्टम नीचे जो काम कर रहा था, जिसका एक ही ऑब्जेक्टिव था, डेरा के चीफ को उनकी गद्दी से उतार देना। और उसमें क्या, जो लोग प्रताड़ित हुए उनको और कुछ नहीं दिखा, उन्होंने टारगेट चीफ को ही किया कि चीफ को प्रताड़ित, मान लो मैं चैनल के ऑनर को टारगेट करूंगा तो वो अपने रिपोर्टर को देखेगा। इसी तरह हर एक व्यक्ति चीफ को टारगेट करता चला गया, डिस्पाइट, क्योंकि आज जिनको ये एक्यूज बताते हैं कि ये लोग एक्यूज थे, ये लोग धमकाते थे, ये लोग डराते थे, इनके ऊपर भी केस किसी ने डाला, इन्होंने भी काउंटर FIR की। लेकिन ये सब कुछ जब हुआ तो नीचे वाले लोग कैसे क्लीन है,
नीचे वालों को कैसे पुलिस गिरफ्तार नहीं करती? अगर एक व्यक्ति सबके ऊपर दबदबा बना रहा है तो उसके गुंडों की टीम है कौन सी एक्चुअल में? वो गुंडे बहुत धन्यवाद जी आपका, बहुत बहुत थैंक थैंक यू ਵੀਰਪਾਲ ਜੀ। ਪੂਰੇ 2 ਮਿੰਟ ਨੇ ਅਖੀਰ ਦੇ ਵਿੱਚ, ਕੀ ਸਨੇਹਾ ਕੀ ਮੈਸੇਜ ਆ ਸਾਰੀ ਗੱਲਬਾਤ ਤੋਂ ਤੁਹਾਨੂੰ ਕੀ ਲੱਗਾ ਹੈ? ਕਿਉਂਕਿ ਡਾਕਟਰ ਮੋਹਿਤ ਮੰਨ ਰਹੇ ਨੇ ਕਿ ਉੱਥੇ ਸਾਰਾ ਕੁਝ ਗਲਤ ਹੋਇਆ ਹੈ, ਤੁਸੀਂ ਕਹਿ ਰਹੇ ਹੋ ਕਿ ਮੈਂ ਸੁਣਿਆ, ਜੇ ਕੋਈ ਚੀਜ਼ ਦੇਖੀ ਹੈ ਤਾਂ ਜਰੂਰ ਜ਼ਿਕਰ ਕਰੋ ਜੀ, ਕੀ ਕਹਿਣਾ ਚਾਹੋਗੇ? ਪੂਰੇ 2 ਮਿੰਟ ਨੇ ਵੀਰ ਜੀ। ਤੁਹਾਨੂੰ ਅਸੀਂ ਪਹਿਲਾਂ ਵੀ ਕਿਹਾ ਵੀ ਜਿੰਨਾ ਸਾਰਾ ਕੁਝ ਇਹ ਘੁੰਮਦਾ ਆਲੇ ਦੁਆਲੇ ਗੱਦੀ ਤੇ ਹੀ ਘੁੰਮਦਾ। ਪਹਿਲਾਂ ਇਹਨਾਂ ਨੇ ਬਹੁਤ ਉਹਨਾਂ ਨੂੰ ਧਮਕੀਆਂ ਦਿੱਤੀਆਂ, ਮਾਰਨ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਇਹ ਕਾਮਯਾਬ ਨਹੀਂ ਹੋਏ ਤਾਂ ਇਹਨਾਂ ਨੇ ਦੂਜਾ ਟਰੈਕ ਵਰਤਿਆ। ਇਹ ਟਰੈਕ ਵਰਤਿਆ ਕੇਸ ਪਾਉਣ ਦਾ। ਕੇਸ ਪਾਉਣ ਦਾ ਟਰੈਕ ਵਰਤਿਆ ਕਿ ਸਰਕਾਰਾਂ ਦੇ ਨਾਲ ਮੈਨੇਜਮੈਂਟ ਕਮੇਟੀ ਮਿਲੀ ਹੈ, ਨਾ ਕਿ ਗੁਰੂ ਜੀ ਕਦੇ ਕਿਸੇ ਨੂੰ ਨਹੀਂ ਮਿਲਦੇ ਸੀ। ਜੇ ਰਾਜਨੀਤਿਕ ਵਿੰਗ ਬਣਾਇਆ ਮੈਨੇਜਮੈਂਟ ਕਮੇਟੀ ਨੇ, ਇਸੇ ਕਰਕੇ ਹੀ ਬਣਾਇਆ ਗਿਆ ਤਾਂ ਕਿ ਸਿੱਧਾ ਜਿਹੜਾ ਸਬੰਧ ਸੀ ਰਾਜਨੀਤਿਕ ਜਿਹੜੇ ਲੀਡਰਾਂ ਨਾਲ ਹੋ ਜਾਵੇ। ਖੁਦ ਸਰਕਾਰਾਂ ਉਹ ਆਪਦੀ ਪਸੰਦ ਦੀਆਂ ਬਣਾਉਣ ਤੇ ਜਿਵੇਂ ਉਹ ਕਵੇ, ਜਿਵੇਂ ਮੈਨੇਜਮੈਂਟ ਕਮੇਟੀ ਕਵੇ ਉਵੇਂ ਹੀ ਸਾਰਾ ਕੁਝ ਹੋਵੇ। ਹੁਣ ਤੁਸੀਂ ਐਂ ਦੇਖੋ ਜੀ, ਪੰਚਕੂਲਾ ਕਾਂਡ ਹੋਇਆ, ਮਤਲਬ ਕਿ 3 ਸਾਲ ਹੋ ਗਏ ਜੀ। ਗੁਰੂ ਜੀ ਤਾਂ ਅੰਦਰ ਹੈ, ਹੁਣ ਕਿਹਦਾ ਦਬਾਅ ਹੈ? ਉੱਥੇ ਬੰਦੇ ਮਰੇ, ਕੋਈ ਭੇਡ ਬੱਕਰੀਆਂ ਤਾਂ ਨਹੀਂ ਮਰੇ। ਕਿਉਂ ਨਹੀਂ ਖੁੱਲ ਰਿਹਾ? ਕਿਉਂ ਨਹੀਂ ਖੁੱਲ ਰਿਹਾ ਹੋ ਕੇਸ? ਕਿਉਂ ਨਹੀਂ ਮਤਲਬ ਕੋਈ ਕਮਿਸ਼ਨ ਬੈਠਦਾ? ਅਸੀਂ ਤਾਂ ਮੰਗ ਕਰਦੇ ਹਾਂ ਖੁਦ ਵੀ ਪੰਚਕੂਲਾ ਕਾਂਡ ਤੇ ਵੀ ਕਮਿਸ਼ਨ ਬੈਠੇ। ਸਾਡੇ ਭੋਲੇ ਭਾਲੀ ਸੰਗਤ ਉੱਤੇ ਕਿਵੇਂ ਮਾਰੀ ਗਈ? ਕਿਉਂ? ਇਹ ਸਾਰਾ ਕੁਝ ਮੈਨੇਜਮੈਂਟ ਕਮੇਟੀ ਤੇ ਆਉਂਦਾ। ਮੈਨੇਜਮੈਂਟ ਕਮੇਟੀ ਹੈ ਜੀ ਜਿਹੜੀ ਸਰਕਾਰ ਹੈ, ਔਰ ਮੈਨੇਜਮੈਂਟ ਕਮੇਟੀ ਇੱਕੋ ਚੀਜ਼ ਹੈ, ਕਿਉਂਕਿ ਜਿਹੜੀ ਸਾਡੀ ਮੈਨੇਜਮੈਂਟ ਕਮੇਟੀ ਹੈ ਉਹੀ ਵੋਟਾਂ ਦਿੰਦੀ ਹੈ ਸਰਕਾਰ ਨੂੰ, ਤੇ ਸਰਕਾਰਾਂ ਉਵੇਂ ਹੀ ਕਰਦੀਆਂ ਫਿਰ ਜਿਵੇਂ ਮੈਨੇਜਮੈਂਟ ਕਮੇਟੀਆਂ ਕਹਿੰਦੀਆਂ। ਜਿਹੜਾ ਇੱਥੇ ਰੂਹਾਨੀਅਤ ਹੈ ਉਹਨੂੰ ਤਾਂ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਜੀ। ਸਾਰਾ ਕੋਈ ਵੀ ਟੀਵੀ ਚੈਨਲ ਡਿਬੇਟ ਕਰਦਾ ਹੈ, ਜਿਹੜੀ ਦੁਨੀਆ ਜੁੜਦੀ ਹੈ ਉਹ ਰੂਹਾਨੀ ਸ਼ਕਤੀ ਨਾਲ ਜੁੜਦੀ ਹੈ ਜੀ। ਐ ਤਾਂ ਨਹੀਂ ਹੈਗਾ ਵੀ ਐ ਤਾਂ ਕੋਈ ਸਾਡਾ ਭਰਾ ਵੀ ਕਿਸੇ ਦੇ ਭਰਾ ਦੇ ਮਗਰ ਨਹੀਂ ਲੱਗਦਾ। ਇਹ ਬਾਈ ਜੀ ਵੀ ਉੱਥੇ ਰਹੇ ਆ, ਇਹਦਾ ਪਰਿਵਾਰ ਦੇਖੋ, ਇਹਦਾ ਫਾਦਰ ਕਿੰਨਾ ਮੰਨਦਾ ਸੀ। ਕੁਛ ਤਾਂ ਰੂਹਾਨੀ ਸ਼ਕਤੀ ਸੀ, ਇਸੇ ਕਰਕੇ ਹੀ ਲੋਕ ਜੁੜੇ ਹੋਏ ਆ। ਉਸ ਰੂਹਾਨੀ ਸ਼ਕਤੀ ਤੁਸੀਂ ਬਿਲਕੁਲ ਚੁੱਪ ਨਹੀਂ ਕਰਨਾ ਚਾਹੀਦਾ। ਨੰਬਰ 1 2 1 ਨੰਬਰ ਵੀ ਜੀ ਜਿਹੜਾ ਸੰਤਾਂ ਦੀ ਗੱਲ ਹੁੰਦੀ ਹੈ। ਗੁਰਦਾਸ ਸਿੰਘ ਤੁਸੀਂ ਸਮਾਂ ਕੱਢਿਆ, ਤੁਹਾਡਾ ਤਹਿ ਦਿਲੋਂ ਧੰਨਵਾਦ। ਜਦੋਂ ਰੂਹਾਨੀ ਸ਼ਕਤੀ ਨਾਲ ਜੁੜੇ ਸਨ, ਮੈਂ ਤੁਹਾਡਾ ਸਾਰਿਆਂ ਦਾ ਰਿਣੀ ਆ। ਬਲਜਿੰਦਰ ਜੀ ਤੁਸੀਂ ਸਾਥ ਦਿੱਤਾ। ਅੱਜ ਦੀ ਗੱਲਬਾਤ ਇੱਕ ਗੱਲ ਪਤਾ ਲੱਗਾ, ਰੂਹਾਨੀ ਸ਼ਕਤੀ, ਰੂਹਾਨੀ ਸ਼ਕਤੀ ਦਾ ਆੜ ਦੇ ਵਿੱਚ ਜਦੋਂ ਗਲਤ ਕੰਮ ਹੁੰਦੇ ਆ ਫਿਰ ਪਤਾ ਲੱਗਦਾ ਹੈ ਜੀ। ਕੁਲਦੀਪ ਸਿੰਘ ਜੀ, ਇਸ ਤੋਂ ਪਹਿਲਾਂ ਕਿ ਆਪਾਂ ਬਾਅਦ ਵਿੱਚ ਸਮ ਅਪ ਕਰਦੇ ਹਾਂ, ਆਪਾਂ ਆਪਣੇ ਮਹਿਮਾਨ ਨੂੰ ਇੱਕ ਵਾਰੀ ਸਤਿਕਾਰ ਸਹਿਤ ਇਹਨਾਂ ਦਾ ਧੰਨਵਾਦ ਕਰਦੀ ਹੈ ਕਿ ਇਹਨਾਂ ਨੇ ਆਪਣਾ ਇੰਨਾ ਸਮਾਂ ਦਿੱਤਾ। ਸੋ ਸਾਡੇ ਨਾਲ ਗੁਰਦਾਸ ਸਿੰਘ ਤੂਰ ਜੀ ਸਨ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਦਿੱਤਾ ਔਰ ਬਹੁਤ ਹੀ ਸਤਿਕਾਰਯੋਗ ਤੁਸੀਂ ਸਾਡੇ ਨਾਲ ਗੱਲਬਾਤ ਵੀ ਕੀਤੀ। ਔਰ ਵੀਰਪਾਲ ਕੌਰ ਜੀ, ਤੁਹਾਡਾ ਵੀ ਧੰਨਵਾਦ। ਤੇ ਡਾਕਟਰ ਗੁਪਤਾ ਜੀ, ਮੋਹਿਤ ਗੁਪਤਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਅਸੀਂ ਜ਼ਰੂਰ ਚਾਹਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਇੱਕ ਹੋਰ ਡਿਬੇਟ ਕਰੀਏ, ਇੱਕ ਹੋਰ ਗੱਲਬਾਤ ਕਰੀਏ, ਜਿੱਥੇ ਹੋਰ ਜਿਹੜੇ ਗੱਲਾਂ ਆ ਉਹ ਵੀ ਸਾਹਮਣੇ ਨਿਕਲ ਕੇ ਆਉਣ, ਤਾਂ ਕਿ ਕਿਤੇ ਨਾ ਕਿਤੇ ਲੋਕੀ ਵੀ ਜਿਹੜੇ ਬਹੁਤ ਕੁਝ ਸੋਚੀ ਬੈਠੇ ਨੇ ਕਿ ਆਖਰ ਸੱਚ ਕੀ ਆ। ਸੋ ਕੋਸ਼ਿਸ਼ ਕਰੀਏ ਅਸੀਂ ਸੱਚ ਲੱਭਣ ਦੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਦਿੱਤਾ। ਔਰ ਇਸੇ ਤਰ੍ਹਾਂ ਹੀ ਅਗਲੀ ਵਾਰ ਫਿਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਮਾਂ ਦਿਓਗੇ। ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ। ਸੋ ਕੁਲਦੀਪ ਸਿੰਘ ਜੀ, ਇਹਨਾਂ ਨੇ ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਰੂਹਾਨੀ ਸ਼ਕਤੀ ਦੀ, ਸੋ ਮੈਂ ਚਾਹੂੰਗੀ ਕਿ ਇਹ ਤੁਸੀਂ ਆਪਣੀ ਗੱਲ ਪੂਰੀ ਕਰੋ ਜੀ। ਰੂਹਾਨੀ ਸ਼ਕਤੀ ਦੇ ਨਾਮ ਦੇ ਥੱਲੇ ਮੈਂ 2 ਵਿਅਕਤੀਆਂ ਦਾ ਨਾਮ ਲਿਆ ਪਹਿਲਾਂ। ਆਸਾਰਾਮ, ਜਿਹਨੂੰ ਕੁਝ ਲੋਕ ਬਾਪੂ ਕਰਕੇ ਜਾਣਦੇ ਸੀ। ਬਾਪੂ ਕਰਕੇ ਹਰ ਧੀ, ਹਰ ਬੇਟੀ, ਹਰ ਲੇਡੀਜ਼ ਉਹਨਾਂ ਕੋਲ ਜਾਂਦੇ ਸੀ, ਬਾਪੂ ਹੈ। ਪਤਾ ਬਾਅਦ ਚ ਲੱਗਾ ਜਦੋਂ ਬਾਪੂ ਤੇ ਬੇਟਾ ਦੋਨੇ ਇਕੱਠੇ ਕੋ ਕਰਮ ਕਰਦੇ ਸੀ, ਬੇਟੀਆਂ ਦੇ ਨਾਲ, ਧੀਆਂ ਦੇ ਨਾਲ, ਬੱਚੀਆਂ ਦੇ ਨਾਲ। ਬੱਚੀਆਂ ਦਾ ਵਿਸ਼ਵਾਸ ਇਹ ਹੈ ਕਿ ਬਜ਼ੁਰਗ ਹੈ। ਰਾਮਪਾਲ ਦਾ ਵੀ ਇਹੀ ਕੇਸ ਹੋਇਆ। ਡੇਰਾ ਸਿਰਸਾ ਦੇ ਵਿੱਚ ਜਿੰਨੀਆਂ ਵੀ ਥੱਲੇ ਬੀਬੀਆਂ ਬੈਠੀਆਂ ਸਨ, ਜਿਨ੍ਹਾਂ ਨੂੰ ਮੈਨੇਜਮੈਂਟ ਕਮੇਟੀ ਕਹਿ ਰਹੇ ਨੇ, ਜਿਉਂ-ਜਿਉਂ ਮੈਨੇਜਮੈਂਟ ਕਮੇਟੀ ਨੂੰ ਪਤਾ ਲੱਗਦਾ ਗਿਆ, ਖੱਟਾ ਸਿੰਘ ਨੂੰ ਪਤਾ ਸੀ, ਖੱਟਾ ਸਿੰਘ ਸਭ ਤੋਂ ਮੇਨ ਬੰਦਾ ਡਰਾਈਵਰ ਹੁੰਦਾ ਹੈ ਜੀ। ਬਿਲਕੁਲ ਜੀ। ਜੇ ਗੁਰਮੀਤ ਰਾਮ ਰਹੀਮ ਨੂੰ ਇਹ ਪਤਾ ਲੱਗ ਚੁੱਕਾ ਸੀ ਕਿ ਖੱਟਾ ਸਿੰਘ ਏਜੰਸੀਆਂ ਵੱਲੋਂ ਭੇਜਿਆ ਹੋਇਆ ਬੰਦਾ, ਇੰਨੇ ਸਾਲ ਕਿਉਂ ਨਾਲ ਰੱਖਿਆ? ਤੇ ਦੂਜੀ ਗੱਲ ਕੁਲਦੀਪ ਸਿੰਘ ਜੀ ਇਹ ਆ ਕਿ ਬਾਰ-ਬਾਰ ਜਿੱਦਾਂ ਵੀਰਪਾਲ ਕੌਰ ਜੀ ਕਹਿ ਰਹੇ ਸੀ ਕਿ ਮੈਨੇਜਮੈਂਟ ਕਮੇਟੀ ਹੀ ਸਾਰਾ ਕਰ ਰਹੀ ਹੈਗੀ ਆ, ਉਹੀ ਮਿਲੀ ਹੈਗੀ ਆ। ਤੇ ਜੇ ਇੱਕ ਪਾਸੇ ਗੁਰਮੀਤ ਰਾਮ ਰਹੀਮ ਦੀ ਗੱਲ ਕਰੀਏ ਤੇ ਉਹ ਕਮੇਟੀ ਦੇ ਉੱਤੇ ਉਹਨਾਂ ਦਾ ਕੋਈ ਕੰਟਰੋਲ ਨਹੀਂ ਸੀ। ਕਮੇਟੀ ਬਦਲ ਨਹੀਂ ਸਕਦੀ ਸੀ, ਕਮੇਟੀ ਦੇ ਬੰਦਿਆਂ ਦੀ ਕਾਰਵਾਈ ਨਹੀਂ ਹੋ ਸਕਦੀ ਸੀ। ਉੱਥੇ ਚਿੜੀ ਨਹੀਂ ਸੀ ਫੜਕ ਸਕਦੀ ਗੁਰਮੀਤ ਰਾਮ ਰਹੀਮ ਦੇ ਆਰਡਰ ਬਿਨਾਂ। ਚਿੜੀ ਨਹੀਂ ਸੀ ਫੜਕ ਸਕਦੀ। ਇਹ ਕਿਵੇਂ ਹੋ ਗਿਆ ਕਿ ਕਮੇਟੀ? ਹੁਣ ਇਹ ਹੈ
ਕਿ ਕੀਤੇ ਹੋਏ ਦੋਸ਼ਾਂ ਤੇ ਹੁਣ ਪੰਗਾ ਕੀ ਪੈ ਗਿਆ। ਜਿਹੜੀ ਸਾਰੀ ਗੱਲਬਾਤ ਦੇ ਵਿੱਚੋਂ ਨਿਚੋੜ ਨਿਕਲਿਆ ਹੈ ਕਿ ਜਿਹੜੀ ਮੈਨੇਜਮੈਂਟ ਕਮੇਟੀ ਸੀ ਤੇ ਜਿਹੜੇ ਸ਼ਰਧਾਲੂ ਸਨ, ਹੁਣ ਗੱਦੀ ਦੀ ਲੜਾਈ ਪੈ ਗਈ। ਹਨੀਪ੍ਰੀਤ ਕਹਿੰਦੀ ਹੈ ਕਿ ਮੈਂ ਤਾਂ ਬਾਬਾ ਜੀ ਦੇ ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਸੈਕੰਡ ਵਾਈਫ ਬਣ ਕੇ ਰਹੀ ਹਾਂ। ਪਰ ਲੋਕੀ ਤਾਂ ਕਹਿੰਦੇ ਧੀ ਸੀ ਬਾਬੇ ਦੀ, ਉਹ ਬਾਬਾ ਵੀ ਧੀ ਕਹਿੰਦਾ ਪਰ ਜਦੋਂ ਦੇ ਘਰ ਵਾਲਾ ਕਹਿ ਰਿਹਾ ਕਿ ਉਹਦੀ ਵਾਈਫ ਸੀ। ਫਿਲਮਾਂ ਦੇ ਵਿੱਚ ਸਭ ਤੋਂ ਅੱਗੇ ਗੋਦੀਆਂ 'ਚ ਬਹਿ ਕੇ ਧੀ ਕਦੇ ਗੋਦੀਆਂ 'ਚ ਬਹਿ ਕੇ ਐਡੀ ਕਿੱਡੀ ਕੁ ਲਾਡਲੀ ਹੋ ਗਈ। ਸਖੀ ਧੀ ਤਾਂ ਹੈ ਨਹੀਂ। ਕਲਯੁਗ ਆ, ਕਲਯੁਗ ਦੇ ਵਿੱਚ ਉਹਦੇ ਨਾਲ ਇੰਨਾ ਇੰਜੋਇਮੈਂਟ ਕਰਨ ਤੋਂ ਬਾਅਦ ਉਹ ਚਾਹੁੰਦੀ ਹੈ ਵੀ ਮੈਂ ਤਾਂ ਸਰੀਰ ਹੀ ਵੇਚਦਾ, ਘਰ ਵਾਲਾ ਛੱਡਤਾ, ਗੱਦੀ ਮੈਨੂੰ ਦਿਓ। ਗੁਰਮੀਤ ਰਾਮ ਰਹੀਮ ਦਾ ਪਰਿਵਾਰ ਕਹਿੰਦਾ ਕਿ ਗੱਦੀ ਸਾਡਾ ਫਰਜ਼ ਬਣਦਾ ਹੈ, ਪ੍ਰਬੰਧਕ ਕਹਿੰਦੇ ਨਹੀਂ ਸਾਡਾ ਬਣਦਾ ਹੈ। ਆ ਜਿਹੜੇ ਪ੍ਰਸ਼ੰਸਕ ਨੇ ਉਹ ਕਹਿੰਦੇ ਵੀ ਨਹੀਂ, ਸਾਡੇ ਗੁਰੂ ਜੀ ਨੂੰ ਜੇਲ੍ਹ ਭੇਜਣ ਵਾਲੇ ਪ੍ਰਬੰਧਕ ਨੇ, ਇਹਨਾਂ ਦੀ ਪਲਾਨਿੰਗ ਸੀ। ਉਹ ਡਾਕਟਰ ਮੋਹਿਤ ਮੰਨ ਕੇ ਗਏ ਨੇ ਕਿ ਇਹ ਸਾਰਾ ਕੁਝ ਹੋਇਆ, ਕਾਸਟ੍ਰੇਸ਼ਨ ਹੋਈ ਹੈ, ਹੁੰਦਾ ਹੈ, ਕਤਲ ਹੋਏ ਨੇ, ਕੀਤਾ ਗਿਆ, ਗਲਤੀਆਂ ਹੋਈਆਂ ਨੇ। ਮੈਨੂੰ ਰਿਕਾਰਡ ਦੱਸ ਰਹੇ ਆ, ਰਿਕਾਰਡ ਦੱਸ ਰਹੇ, ਮੈਨੂੰ ਪਤਾ ਹੈ। ਹੁਣ ਇਹ ਕਹਿ ਰਹੇ ਨੇ ਗੁਰਦਾਸ ਤੂਰ ਉਹਨਾਂ ਨੂੰ ਕਿ ਗੁਰਦਾਸ ਤੂਰ ਜੀ ਸਾਨੂੰ ਉਹ ਭੇਜੋ ਜਿਹੜੀਆਂ ਸਟੇਟਮੈਂਟ। ਉਹ ਤਾਂ ਵਕੀਲਾਂ ਕੋਲ ਸਾਰੇ ਡਾਕੂਮੈਂਟ ਪਏ ਨੇ, ਸਾਰੇ ਡਾਕੂਮੈਂਟ ਪਏ ਨੇ। ਮੇਰੇ ਕੋਲ ਪੂਰੀ ਫਾਈਲ ਪਈ ਹੈ, ਕਿਉਂਕਿ ਮੈਨੂੰ ਇਹ ਸੀ ਕਿ ਗੁਰਦਾਸ ਸਿੰਘ ਤੂਰ ਦਾ ਹੋਰਾਂ ਦੀ ਤਰ੍ਹਾਂ ਕਿਸੇ ਵੇਲੇ ਵੀ ਕਤਲ ਕੀਤਾ ਜਾ ਸਕਦਾ ਹੈ। ਬਿਲਕੁਲ ਜੀ। ਪਰ ਗੁਰਦਾਸ ਸਿੰਘ ਤੂਰ ਨੂੰ ਮੈਂ ਇੱਕ ਬੇਨਤੀ ਕੀਤੀ ਸੀ ਕਿ ਜਿਹੜੇ ਤੇਰੇ ਕੋਲ ਡਾਕੂਮੈਂਟ ਪਏ ਨੇ ਕਿਰਪਾ ਕਰਕੇ ਮੈਨੂੰ ਘੱਲ ਦੇ ਤਾਂ ਜੋ ਮੈਂ ਸੰਭਾਲ ਕੇ ਰੱਖਾਂ। ਹੋਇਆ ਕਿੱਡੀ ਵੱਡੀ ਮਿਸਟੀਰੀਅਸ, ਕਿੱਡੀ ਵੱਡੀ ਇੱਕ ਕਹਾਣੀ ਪੇਸ਼ ਕੀਤੀ ਗਈ ਦੁਨੀਆ ਸਾਹਮਣੇ ਕਿ ਸਾਡੇ ਬਾਬਾ ਜੀ ਨਾਲ ਸੀਬੀਆਈ ਨੇ ਧੱਕਾ ਕੀਤਾ। ਪਰ ਮੈਨੂੰ ਇੱਕ ਗੱਲ ਹੋ ਰਿਹਾ ਬੜੀ ਪਰੇਸ਼ਾਨ ਕਰਦੀ ਆ ਕਿ ਫਿਰ ਇਹਦਾ ਮਤਲਬ ਆ ਜੇ ਕਹਿੰਦੇ ਕਿ ਕੋਈ ਵੀ ਕੇਸ ਹੋਵੇ ਜਦੋਂ ਉਲਝ ਜਾਂਦਾ ਤੇ ਲੋਕੀ ਕਹਿੰਦੇ ਕਿ ਇਹਦੀ ਜਾਂਚ ਸੀਬੀਆਈ ਤੋਂ ਕਰਾਓ, ਤੇ ਫਿਰ ਇਹ ਤੇ ਕਹਿ ਰਹੇ ਕਿ ਸੀਬੀਆਈ ਵਿਕੀ ਹੋਈ ਆ, ਸੀਬੀਆਈ ਦੇ ਉੱਤੇ ਪ੍ਰੈਸ਼ਰ ਸੀ, ਉਹਨਾਂ ਨੇ ਧੱਕਾ ਕੀਤਾ ਇਹਨਾਂ ਦੇ ਬਾਬੇ ਨਾਲ। ਉਦੋਂ ਪ੍ਰੈਸ਼ਰ ਨਹੀਂ ਸੀ ਜਦੋਂ 6-6 ਗੱਡੀਆਂ ਕੋ ਨੰਬਰ ਨਾਲ ਚੱਲਦੀਆਂ ਸਨ, ਉਦੋਂ ਪ੍ਰੈਸ਼ਰ ਨਹੀਂ ਸੀ। ਸਾਰੇ ਸਵਾਲ ਆ ਕੁਲਦੀਪ ਸਿੰਘ ਜੀ, ਪਰ ਇੱਥੋਂ ਤੱਕ ਕਿ ਮੈਨੂੰ ਲੱਗਦਾ ਕਿ ਸਾਨੂੰ ਇਸ ਡਿਬੇਟ ਨੂੰ ਦਿਖਾਉਣ ਦੇ ਲਈ ਵੀ 2 ਪ੍ਰੋਗਰਾਮਾਂ ਦੇ ਵਿੱਚ ਪੇਸ਼ ਕਰਨਾ ਪਵੇਗਾ, ਕਿਉਂਕਿ ਸਾਡੀ ਗੱਲਬਾਤ ਬਹੁਤ ਲੰਬੀ ਹੋ ਗਈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਡਿਬੇਟਸ ਕਰਾਂਗੇ, ਇਹਦੇ ਵਿੱਚ ਹੋਰ ਕਰਾਂਗੇ। ਹਾਂਜੀ, ਤੇ ਮੈਨੂੰ ਉਮੀਦ ਹੈ ਕਿ ਸਾਡੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਦਰਸ਼ਕ ਨੇ ਇੱਕ ਇੱਕ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਸਾਜ਼ਿਸ਼, ਜਿਵੇਂ ਵੀਰਪਾਲ ਜੀ ਕਹਿ ਰਹੇ ਨੇ, ਮੈਨੇਜਮੈਂਟ ਕਮੇਟੀ ਦੀ ਹੈ, ਜਾਂ ਸਾਜ਼ਿਸ਼ ਪਿੱਛੇ ਗੁਰਦਾਸ ਸਿੰਘ ਤੂਰ ਦੇ ਕਹੇ ਮੁਤਾਬਕ ਘਾੜਾ ਜਿੱਤੇ ਬਲਾਤਕਾਰੀ ਦੇ ਦੋਸ਼ ਲੱਗੇ ਨਹੀਂ, ਜੇਲ੍ਹ ਭੁਗਤ ਰਿਹਾ, ਕਤਲ ਦੇ ਦੋਸ਼ ਲੱਗੇ ਨਹੀਂ, ਜੇਲ੍ਹ ਭੁਗਤ ਰਿਹਾ। ਅਜੇ ਕਾਸਟ੍ਰੇਸ਼ਨ ਦੇ ਕੇਸ, ਫਕੀਰ ਚੰਦ ਦਾ ਕੇਸ, ਜ਼ਮੀਨਾਂ ਦੇ ਕੇਸ, ਗੁੰਮਸ਼ੁਦਗੀਆਂ ਦੇ ਕੇਸ ਅਜੇ ਪੈਂਡਿੰਗ ਪਏ ਨੇ। ਆਉਣ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਕੀ ਬਣਦਾ, ਪਰ ਸੱਚ ਹੈ ਜਿਹੜਾ ਲਿਆਉਣ ਦਾ ਤੁਹਾਡੇ ਸਾਹਮਣੇ ਉਪਰਾਲਾ ਕੀਤਾ ਹੈ। ਉਮੀਦ ਹੈ ਕਿ ਆਉਣ ਵਾਲੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਐਪੀਸੋਡ ਨੂੰ ਅੱਗੇ ਜਾਰੀ ਰੱਖਾਂਗੇ ਜੀ। ਥੈਂਕ ਯੂ ਕੁਲਦੀਪ ਸਿੰਘ ਜੀ, ਤੁਹਾਡਾ ਬਹੁਤ ਹੀ ਵਧੀਆ ਤੇ ਬਹੁਤ ਹੀ ਇੱਕ ਕਹਿ ਲਓ ਕਿ ਵਧੀਆ ਜਾਣਕਾਰੀ ਸੀ ਇਸ ਡਿਬੇਟ ਦੇ ਰਾਹੀਂ ਜਿਹੜੀ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਧੰਨਵਾਦ ਜੀ, ਤੇ ਅਸੀਂ ਉਮੀਦ ਕਰਾਂਗੇ ਕਿ ਅਗਲੀ ਵਾਰ ਅਸੀਂ ਇਸ ਡਿਬੇਟ ਨੂੰ ਥੋੜਾ ਜਿਹਾ ਹੋਰ ਲਿਆ ਸਕੀਏ ਇਹਨਾਂ ਦੇ ਨਾਲ ਗੱਲਬਾਤ ਕਰਕੇ, ਤਾਂ ਕਿ ਹੋਰ ਅਹਿਮ ਖੁਲਾਸੇ ਹੋ ਸਕਣ। ਸੋ ਧੰਨਵਾਦ ਜੀ ਤੁਹਾਡਾ ਖਬਰਸਾਰ 'ਚ ਇੰਨੀ ਵਧੀਆ ਗੱਲਬਾਤ ਕਰਨ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਇਹ ਸਨ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ। ਤੇ ਜਿਵੇਂ ਤੁਸੀਂ ਦੇਖਿਆ ਡਿਬੇਟ ਤੇ ਮਾਫੀ ਚਾਹੁੰਦੀ ਅਸੀਂ ਤੁਹਾਡੀਆਂ ਕਾਲਸ ਨਹੀਂ ਲੈ ਸਕੇ, ਸਾਡੀ ਡਿਬੇਟ ਕਾਫੀ ਲੰਬੀ ਹੋ ਗਈ ਸੀ ਔਰ ਤੁਹਾਡੀਆਂ ਲਾਈਵਸ ਅਸੀਂ ਕਾਲਸ ਨਹੀਂ ਲੈ ਸਕੇ, ਇਸ ਦੇ ਲਈ ਵੀ ਅਸੀਂ ਮਾਫੀ ਚਾਹੁੰਦੇ ਹਾਂ, ਕਿਉਂਕਿ ਗੱਲਬਾਤ ਸੁਣਨੀ ਜ਼ਿਆਦਾ ਜ਼ਰੂਰੀ ਹੁੰਦੀ ਆ। ਕਈ ਵਾਰ ਕਾਲਰਸ ਬਹੁਤ ਸਵਾਲ ਕਰਦੇ ਆ ਤੇ ਫਿਰ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸਾਡੀ ਡਿਬੇਟ ਦੀ ਗੱਲਬਾਤ ਆ ਉਹ ਕਿਤੇ ਨਾ ਕਿਤੇ ਉਲਝ ਕੇ ਰਹਿ ਜਾਂਦੀ ਆ। ਸੋ ਆਮੋ ਸਾਹਮਣੇ ਗੁਰਦਾਸ ਸਿੰਘ ਤੂਰ ਹੋਣਾ ਨੇ, ਵੀਰਪਾਲ ਕੌਰ ਹੋਣਾ ਨੇ ਤੇ ਡਾਕਟਰ ਮੋਹਿਤ ਗੁਪਤਾ ਹੋਣਾ ਨੇ ਆਮੋ ਸਾਹਮਣੇ ਗੱਲਾਂ ਕੀਤੀਆਂ। ਸੋ ਬਹੁਤ ਸਾਰੇ ਖੁਲਾਸੇ ਹੋਏ, ਬਹੁਤ ਸਾਰੀਆਂ ਗੱਲਾਂ ਮੰਨੀਆਂ ਗਈਆਂ, ਬਹੁਤ ਸਾਰੀਆਂ ਗੱਲਾਂ ਦੇ ਉੱਤੇ ਬਹਿਸ ਵੀ ਹੋਈ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹੋ ਜਿਹਾ ਸੱਚ ਤੁਹਾਡੇ ਸਾਹਮਣੇ ਹੋਰ ਲੈ ਕੇ ਆਵਾਂਗੇ। ਸੋ ਇਸੇ ਤਰ੍ਹਾਂ ਤੁਸੀਂ ਸਾਥ ਦਿੰਦੇ ਰਿਹਾ ਕਰੋ ਖਬਰਸਾਰ ਬਿਹਾਈਂਡ ਦਾ ਨਿਊਜ਼। ਕੱਲ ਮੇਰੀ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ, ਤਦ ਤੱਕ ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।